नानक पाद पंकज बंधन पाद पंकज बंधन सिमरो अंगद दोख निकंदन अमरदास हृदय नित त्यावो हृदय नित त्यावो श्री गुरु रामदास गुण गावो अर्जन बेगनन के नासक बेगनन के नासक हर गोबिंद शुभ मत प्रकाश को श्री हर राय नमो कर जोरी नमो कर जोरी श्री हर कृष्ण मनाओ बहोरी तेग कृपाला जी परम कृपाला श्री गुरु गोबिंद सिंह विशाला तारो तरा तारो पुन पुन सीसा जी पुन पुन सीसा बंदो बार बार जगदीसा जिसम तेह प्रसाद सच वाहेगुरु जी की फतेह है विघ्न विनाशन सोए वाहेगुरु जी की फतेह है विघ्न विनाशन सोए सतनाम श्री वाहिगुरु साहिब जीओ चौपई सैत पार जा भूपत पीवा सतगुर को सिख मन ते थीवा तब पाई कल्याण बुलायो ए उपकारी तुझको लियायो वाहिगुरु जी का खालसा वाहिगुरु जी की फतेह। परम सम्मानयोग गुरु की साजी निवाजी गुरु रूप गुरु प्यारी साध संगत जीओ आप जी बड़भागी हो जो धन धन साहिब श्री गुरु तेग बहादुर महाराज जी दे पावन पवित्र महान अस्थान गुरुद्वारा दुख निवारण साहिब विखे हाजरा हजूर ज़ाहरा ज़हूर निर्मल ज्ञान दे सागर जगत दे गुरु जुगो जुगा टल साहिब श्री गुरु ग्रंथ साहिब महाराज जी की पावन पवित्र रूहानी गोद के अंदर जुड़ बैठ के अपने अमोलक जीवन को सफला कर रहे हो। सतगुरां की दया दृष्टि के नाल बड़भागी गुरसिखा ने गुरु घर दे कीर्तनीय गुरसिखा पासों भावना सहित इलाही बाणी का कीर्तन सरवण किया है। आओ जी उत्थे कुछ समय लई हर रोज़ के नेम के अनुसार चल रही लड़ीवार श्री गुरप्रताप सूरज ग्रंथ विचों इतिहास की कथा के नाल जुड़ी है। खालसा जीओ अज उत्थे ही धन धन साहिब श्री गुरु गोबिंद सिंह साहिब महाराज जी का पावन प्रकाश गुरपुरब जिथे भी नानक नाम लेवा गुरसिख संगतां बैठियां ने बड़ी शरधा भावना के नाल मना रही ने। भाई गुरदास जी ऐसे गुरसिखां तो बारने बलहारने जाते ने जिहड़े अपने गुरु साहिबानां दे पावन गुरपुरब प्रेमा भगती नाल मनाउंदे ने। कुर्बानी तिन्हां गुरसिखां भाए भगत गुरपुरब करन दे। धन सतगुरु
ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਆਨੰਦਪੁਰ ਸਾਹਿਬ ਦੀ ਧਰਤੀ ਨੂੰ ਮੁੱਲ ਖਰੀਦ ਕੇ ਇੱਥੇ ਸਤਿਗੁਰੂ ਜੀ ਨੇ ਇਹ ਨਵੇਂ ਨਗਰ ਦੀ ਉਸਾਰੀ ਦੇ ਕਾਰਜ ਆਰੰਭ ਕਰਕੇ ਆਪ ਗਰੀਬ ਨਿਵਾਜ ਸਤਿਗੁਰੂ ਜੀ ਪ੍ਰਚਾਰਕ ਦੌਰਿਆਂ ਦੇ ਉੱਪਰ ਨਿਕਲੇ ਨੇ। ਪਰਿਵਾਰ ਸਤਿਗੁਰਾਂ ਦੇ ਨਾਲ ਹੈ, ਬਹੁਤ ਸਾਰੇ ਗੁਰਸਿੱਖ ਵੀ ਗਰੀਬ ਨਿਵਾਜ ਸਾਹਿਬ ਜੀ ਦੇ ਨਾਲ ਨੇ। ਪ੍ਰਚਾਰ ਕਰਦਿਆਂ ਹੋਇਆਂ ਦਾਤਾਰ ਸਤਿਗੁਰੂ ਜੀ ਅਨੇਕਾਂ ਜੀਵਾਂ ਦਾ ਉਧਾਰ ਤੇ ਕਲਿਆਣ ਕਰਦਿਆਂ ਹੋਇਆਂ ਇਲਾਹਾਬਾਦ ਦੀ ਧਰਤੀ ਤੇ ਪਹੁੰਚੇ ਨੇ। ਇਲਾਹਾਬਾਦ ਦੀ ਧਰਤੀ ਤੇ ਗਰੀਬ ਨਿਵਾਜ ਸਾਹਿਬ ਜੀ ਕੁਝ ਸਮਾਂ ਰਹੇ। ਉਹ ਤੇ ਅਨੇਕਾਂ ਜੀਵਾਂ ਦਾ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਉਧਾਰ ਕੀਤਾ। ਉੱਥੇ ਹੀ ਧੰਨ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਮਾਤਾ ਜੀ ਦੇ ਉਦਰ ਦੇ ਵਿੱਚ ਨਿਵਾਸ ਕੀਤਾ ਹੈ। ਗਰੀਬ ਨਿਵਾਜ ਸਾਹਿਬ ਜੀ ਨੇ ਆਪਣੀ ਜੀਵਨ ਕਥਾ ਦੇ ਵਿੱਚ ਆਪ ਲਿਖਿਆ ਹੈ, ਮੁਰ ਪਿਤ ਪੂਰਬ ਕੀਸ ਪਿਆਨਾ ਭਾਂਤ ਭਾਂਤ ਕੇ ਤੀਰਥ ਨਾਨਾ ਜਬ ਹੀ ਜਾਤ ਤਰਵੇਣੀ ਭਏ ਪੁੰਨ ਦਾਨ ਤਿਨ ਕਰਤਵ ਤਏ ਤਹੀਂ ਪ੍ਰਕਾਸ਼ ਹਮਾਰਾ ਭਇਓ। ਉੱਥੇ ਮਾਤਾ ਦੇ ਉਦਰ ਦੇ ਵਿੱਚ ਨਿਵਾਸ ਹੋਇਆ। ਪਟਨਾ ਸ਼ਹਿਰ ਵਿਖੇ ਭਵ ਲਿਓ। ਭਵ ਦਾ ਅਰਥ ਪ੍ਰਕਾਸ਼, ਜਨਮ। ਪਟਨੇ ਦੀ ਧਰਤੀ ਦੇ ਉੱਪਰ ਗਰੀਬ ਨਿਵਾਜ ਸਾਹਿਬ ਜੀ ਨੇ ਪ੍ਰਕਾਸ਼ ਧਾਰਿਆ। ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿ ਲਗੇ, ਮੈਂ ਅਕਾਲ ਪੁਰਖ ਵਾਹਿਗੁਰੂ ਦੇ ਵਿੱਚ ਆਪਣੀ ਸੁਰਤ ਨੂੰ ਜੋੜ ਕਰਕੇ ਬੈਠਾ ਸੀ। ਇਸ ਸੰਸਾਰ ਦੇ ਵਿੱਚ ਮਾਤ ਲੋਕ ਦੇ ਵਿੱਚ ਆਉਣ ਦਾ ਮੇਰਾ ਜੀ ਨਹੀਂ ਸੀ ਕਰਦਾ। ਅਕਾਲ ਪੁਰਖ ਵਾਹਿਗੁਰੂ ਨੇ ਮੈਨੂੰ ਹੁਕਮ ਕੀਤਾ, ਆਪਣਾ ਸੁੱਤ ਬਣਾ ਕਰਕੇ ਮੈਨੂੰ ਇਸ ਸੰਸਾਰ ਦੇ ਅੰਦਰ ਭੇਜਿਆ। ਮਾਤਾ ਪਿਤਾ ਨੇ ਉਸ ਅਕਾਲ ਪੁਰਖ ਵਾਹਿਗੁਰੂ ਜੀ ਦੀ ਬੜੀ ਸੇਵਾ ਕੀਤੀ ਹੈ। ਇਹਨਾਂ ਦੀ ਸੇਵਾ ਤੋਂ ਪ੍ਰਸੰਨ ਹੋ ਕੇ ਉਸ ਕਾਦਰ ਨੇ, ਉਸ ਵਾਹਿਗੁਰੂ ਨੇ ਮੈਨੂੰ ਇਸ ਸੰਸਾਰ ਦੇ ਅੰਦਰ ਭੇਜਿਆ। ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਘਰ ਤਕਰੀਬਨ 28 ਸਾਲ ਬਾਅਦ ਆਨੰਦ ਕਾਰਜਾਂ ਤੋਂ ਇਸ ਭਾਗੀ ਜੋੜੀ ਦੇ ਘਰ 28 ਸਾਲ ਬਾਅਦ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਪ੍ਰਕਾਸ਼ ਧਾਰਿਆ ਹੈ। 22 ਦਸੰਬਰ 1666 ਨੂੰ ਪਟਨੇ ਦੀ ਧਰਤੀ ਦੇ ਉੱਪਰ ਗਰੀਬ ਨਿਵਾਜ ਸਾਹਿਬ ਜੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਆਗਮਨ ਹੋਇਆ। ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਅਸਾਮ ਦੀ ਧਰਤੀ ਦੇ ਉੱਪਰ ਗਏ ਨੇ। ਸਤਿਗੁਰਾਂ ਦੇ ਕੋਲ ਬਾਲਕ ਦੇ ਅਵਤਾਰ ਧਾਰਨ ਦੀ ਖਬਰ ਪਹੁੰਚੀ ਹੈ ਤੇ ਗਰੀਬ ਨਿਵਾਜ ਸਾਹਿਬ ਜੀ ਨੇ ਉਸ ਸਮੇਂ ਪਟਨਾ ਨਿਵਾਸੀਆਂ ਦੇ ਬਾਬਤ ਹੁਕਮਨਾਮਾ ਲਿਖ ਕਰਕੇ ਭੇਜਿਆ ਹੈ ਕਿ ਜੋ ਪਰਿਵਾਰ ਦੀ ਸੇਵਾ ਕਰੇਗਾ ਉਹਨਾਂ ਦੀ ਸੇਵਾ ਥਾਂ ਪਏਗੀ। ਇਸ ਬਾਲਕ ਦਾ ਨਾਮ ਗੋਬਿੰਦ ਰੱਖਣਾ ਹੈ। ਜਦੋਂ ਗਰੀਬ ਨਿਵਾਜ ਸਤਿਗੁਰੂ ਜੀ ਪਟਨੇ ਵੱਲ ਗਏ ਨੇ ਤੇ ਉਸ ਸਮੇਂ ਪਿੱਛੇ ਪਰਿਵਾਰ ਨੂੰ ਛੱਡ ਕੇ ਗਏ ਤੇ ਪਟਨਾ ਨਿਵਾਸੀਆਂ ਨੂੰ ਪਹਿਲਾਂ ਹੁਕਮਨਾਮਾ ਲਿਖਿਆ ਸੀ ਕਿ ਹੁਣ ਸਮਾਂ ਹੈ। ਪਟਨਾ ਨਿਵਾਸੀਆਂ ਨੂੰ ਸੰਗਤ ਨੂੰ ਕਿਹਾ ਪਰਿਵਾਰ ਦੀ ਸੇਵਾ ਕਰਨੀ ਹੈ। ਜੋ ਸੇਵਾ ਕਰੇਗਾ ਉਹਨਾਂ ਦੀ ਸੇਵਾ ਥਾਂ ਪਏਗੀ, ਉਹਨਾਂ ਦੇ ਰੁਜ਼ਗਾਰ ਦੇ ਵਿੱਚ ਵਾਧਾ ਹੋਏਗਾ। ਔਰ ਇਹ ਗਰੀਬ ਨਿਵਾਜ ਸਾਹਿਬ ਜੀ ਨੇ ਪਹਿਲਾ ਹੁਕਮਨਾਮਾ, ਦੂਸਰਾ ਹੁਕਮਨਾਮਾ ਲਿਖ ਕੇ ਭੇਜਿਆ ਕਿ ਬਾਲਕ ਦਾ ਨਾਮ ਗੋਬਿੰਦ ਰੱਖਣਾ। ਜਿਨ੍ਹਾਂ ਨੇ ਪਿੱਛੇ ਸੇਵਾ ਕੀਤੀ ਉਹਨਾਂ ਦੀ ਸੇਵਾ ਥਾਂ ਪਈ, ਘਾਲਣਾ ਥਾਂ ਪਈ। ਅੱਗੇ ਜੋ ਸੇਵਾ ਕਰੇਗਾ ਉਹਨਾਂ ਦੀ ਸੇਵਾ ਥਾਂ ਪਏਗੀ, ਰੁਜ਼ਗਾਰ 'ਚ ਵਾਧਾ ਹੋਏਗਾ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਪਟਨੇ ਦੀ ਧਰਤੀ ਦੇ ਉੱਪਰ ਹੋਇਆ। ਇੱਥੇ ਗਰੀਬ ਨਿਵਾਜ ਸਾਹਿਬ ਜੀ ਨੇ ਆਪਣੀ ਜ਼ਿੰਦਗੀ ਦੇ ਤਕਰੀਬਨ 5.5-6 ਸਾਲ ਦੇ ਕਰੀਬ ਪਟਨੇ ਦੀ ਧਰਤੀ ਦੇ ਉੱਪਰ ਗੁਜ਼ਾਰੇ ਨੇ। ਧੰਨ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਢਾਕੇ ਅਸਾਮ ਦੇ ਵਿੱਚ
ਦੋ ਰਾਜਿਆਂ ਦੇ ਵਿੱਚ ਸੁਲ੍ਹਾ ਕਰਾ ਕੇ ਪ੍ਰਚਾਰ ਕਰਦੇ ਹੋਏ ਵਾਪਸ ਆਨੰਦਪੁਰ ਸਾਹਿਬ ਦੀ ਧਰਤੀ ਦੇ ਉੱਪਰ ਪਹੁੰਚੇ। ਇੱਥੇ ਜੋ ਆਨੰਦਪੁਰ ਸਾਹਿਬ ਦੇ ਕਾਰਜ ਅਧੂਰੇ ਸਨ ਉਹ ਗਰੀਬ ਨਵਾਜ਼ ਸਾਹਿਬ ਜੀ ਨੇ ਸੰਪੰਨ ਕੀਤੇ ਨੇ। ਪਟਨੇ ਦੀ ਧਰਤੀ ਦੇ ਉੱਪਰ ਭੀਖਣ ਸ਼ਾਹ ਜੋ ਹਰ ਰੋਜ਼ ਪੂਰਬ ਵੱਲ ਮੁੱਖ ਕਰਕੇ ਨਮਾਜ਼ ਅਦਾ ਕਰਦਾ ਹੈ, ਅੱਜ ਉਹਨੇ ਦੱਖਣ ਦਿਸ਼ਾ ਵੱਲ ਮੁੱਖ ਕਰਕੇ ਨਮਾਜ਼ ਅਦਾ ਕੀਤੀ ਹੈ। ਜਦੋਂ ਉਹਦੇ ਚੇਲਿਆਂ ਨੇ ਭੀਖਣ ਸ਼ਾਹ ਨੂੰ ਪੁੱਛਿਆ ਕਿ ਅੱਜ ਤੁਸੀਂ ਇਸ ਪਾਸੇ ਵੱਲ ਨਮਾਜ਼ ਅਦਾ ਕਿਉਂ ਕੀਤੀ, ਤੇ ਭੀਖਣ ਸ਼ਾਹ ਨੇ ਕਿਹਾ ਕਿ ਅੱਜ ਅੱਲਾਹ ਦਾ ਨੂਰ ਇਸ ਪਾਸੇ ਆਇਆ ਹੋਇਆ ਹੈ। ਪਟਨੇ ਦੀ ਧਰਤੀ ਦੇ ਉੱਪਰ ਅੱਜ ਅੱਲਾਹ ਆਪ ਆਇਆ। ਬੇਨਤੀ ਕੀਤੀ ਕਿ ਸਾਨੂੰ ਉਸ ਦੇ ਦੀਦਾਰ ਕਰਾਓ। ਭੀਖਣ ਸ਼ਾਹ ਆਪਣੇ ਚੇਲਿਆਂ ਨੂੰ ਨਾਲ ਲੈ ਕਰਕੇ ਪਟਨੇ ਦੀ ਧਰਤੀ ਤੇ ਪਹੁੰਚਿਆ। ਮਾਮਾ ਕਿਰਪਾਲ ਚੰਦ ਜੀ ਨੂੰ ਬੇਨਤੀ ਕੀਤੀ ਕਿ ਜਿਸ ਬਾਲਕ ਨੇ ਹੁਣੇ ਜਨਮ ਲਿਆ ਉਹਦੇ ਦੀਦਾਰ ਕਰਨੇ ਨੇ। ਔਰ ਉਸ ਸਮੇਂ ਦੋ ਕੁੱਜੀਆਂ ਦੇ ਵਿੱਚ ਇਹਨੇ ਮਠਿਆਈ ਪਾਈ ਹੈ ਤੇ ਦੋ ਕੁੱਜੀਆਂ ਦੇ ਵਿੱਚ ਇੱਕ 'ਚ ਦੁੱਧ ਤੇ ਇੱਕ 'ਚ ਪਾਣੀ ਪਾਇਆ। ਮਨ ਦੇ ਅੰਦਰ ਸੰਕਲਪ ਧਾਰਨ ਕੀਤਾ ਹੈ ਕਿ ਇਹ ਹਿੰਦੂ ਧਰਮ ਦੀ ਰਹਿਨਮਾਈ ਕਰਨਗੇ ਜਾਂ ਇਹ ਮੁਸਲਮਾਨ ਧਰਮ ਦੀ ਰਹਿਨਮਾਈ ਕਰਨਗੇ, ਕਿਸ ਧਰਮ ਦੇ ਕਿਸ ਫਿਰਕੇ ਦੀ ਰਹਿਨਮਾਈ ਕਰਨਗੇ। ਕੁੱਜੀਆਂ ਤੋਂ ਜਿਨ੍ਹਾਂ ਕੁੱਜੀਆਂ ਦੇ ਵਿੱਚ ਮਠਿਆਈ ਪਾਈ ਉਹਦਾ ਭਾਵ ਸੀ ਕਿ ਧਰਮ, ਇੱਕ ਦੇ ਵਿੱਚ ਦੁੱਧ ਤੇ ਇੱਕ ਦੇ ਵਿੱਚ ਪਾਣੀ ਪਾਇਆ। ਪਾਣੀ ਵਾਲੇ ਕੁੱਜੇ ਦਾ ਸੰਕਲਪ ਬਣਾਇਆ ਕਿ ਇਹ ਇਸਲਾਮ ਧਰਮ ਦਾ ਹੈ ਤੇ ਦੁੱਧ ਵਾਲੇ ਕੁੱਜੇ ਦਾ ਸੰਕਲਪ ਬਣਾਇਆ ਕਿ ਇਹ ਹਿੰਦੂ ਧਰਮ ਦਾ ਹੈ। ਗਰੀਬ ਨਵਾਜ਼ ਸਾਹਿਬ ਜੀ ਦੇ ਅੱਗੇ ਮਠਿਆਈ ਵਾਲੇ ਕੁੱਜੇ ਕੀਤੇ ਗਏ। ਸਤਿਗੁਰਾਂ ਨੇ ਦੋਨੇ ਆਪਣੇ ਨੰਨੇ ਹੱਥ ਉਹਨਾਂ ਕੁੱਜੀਆਂ ਦੇ ਉੱਪਰ ਰੱਖ ਦਿੱਤੇ ਨੇ। ਉਸ ਤੋਂ ਬਾਅਦ ਭੀਖਣ ਸ਼ਾਹ ਨੇ ਦੁੱਧ ਤੇ ਪਾਣੀ ਵਾਲੇ ਕੁੱਜੇ ਅੱਗੇ ਕੀਤੇ ਤੇ ਸਤਿਗੁਰਾਂ ਨੇ ਆਪਣੇ ਨੰਨੇ ਚਰਨਾਂ ਦੇ ਨਾਲ ਉਹਨਾਂ ਨੂੰ ਰੋੜ ਦਿੱਤਾ। ਭੀਖਣ ਸ਼ਾਹ ਬੜਾ ਆਨੰਦਿਤ ਹੋਇਆ ਕਿ ਇਹ ਜੋ ਧਰਮ ਅਸੀਂ ਕੁੱਜਿਆਂ ਦੇ ਵਿੱਚ, ਦਿਮਾਗ ਰੂਪੀ ਕੁੱਜਿਆਂ ਦੇ ਵਿੱਚ ਪਾ ਕਰਕੇ ਬੈਠੇ ਆ, ਤੇ ਸਤਿਗੁਰੂ ਇਹਨਾਂ ਦੇ ਵਿੱਚੋਂ ਬਾਹਰ ਕੱਢਣ ਦੇ ਲਈ ਆਇਆ। ਧਰਮ ਦਾ ਕਿਸੇ ਦੇ ਉੱਪਰ ਠੱਪਾ ਨਹੀਂ ਹੈ ਕਿ ਅਕਾਲ ਪੁਰਖ ਵਾਹਿਗੁਰੂ ਕਿਸੇ ਦੇ ਉੱਪਰ ਠੱਪਾ ਲਾ ਕਰਕੇ ਭੇਜਦਾ ਕਿ ਇਹ ਇਸਲਾਮ ਹੈ, ਇਹ ਈਸਾਈ ਹੈ, ਇਹ ਸਿੱਖ ਹੈ, ਇਹ ਹਿੰਦੂ ਹੈ। ਇਹ ਕੌਣ? ਕੋਈ ਠੱਪਾ ਲਾ ਕੇ ਨਹੀਂ ਭੇਜਦਾ। ਜਿਉਂ ਹੀ ਜੀਵ ਇਸ ਸੰਸਾਰ ਦੇ ਵਿੱਚ ਆਉਂਦਾ, ਜਨਮ ਲੈਂਦਾ ਹੈ, ਤੇ ਉਹ ਜਿਸ ਪ੍ਰਭਾਵ ਦੇ ਹੇਠ ਉਹਦੀ ਪਾਲਣਾ ਪੋਸ਼ਣਾ ਹੁੰਦੀ ਹੈ ਤੇ ਉਸੇ ਅਨੁਸਾਰ ਉਹ ਆਪਣੇ ਧਰਮ ਨੂੰ ਅਡਾਪਟ ਕਰ ਲੈਂਦਾ ਹੈ ਕਿ ਇਹ ਇਸਲਾਮ ਹੈ, ਇਹ ਹਿੰਦੂ ਹੈ, ਇਹ ਈਸਾਈ ਹੈ। ਉਸੇ ਧਰਮ ਨੂੰ ਪ੍ਰਵਾਨ ਕਰਦਾ ਹੈ। ਪਰ ਸਤਿਗੁਰੂ ਜੀ ਕਹਿਣ ਲੱਗੇ ਸਭ ਤੋਂ ਸ੍ਰੇਸ਼ਟ ਧਰਮ ਹੈ ਅਕਾਲ ਪੁਰਖ ਵਾਹਿਗੁਰੂ ਦੀ ਇਬਾਦਤ ਕਰਨੀ, ਨਿਰਮਲ ਕਰਮ ਜੀਵਨ ਦੇ ਅੰਦਰ ਧਾਰਨ ਕਰਨੇ ਸਭ ਤੋਂ ਸ੍ਰੇਸ਼ਟ ਧਰਮ ਹੈ। ਸਤਿਗੁਰੂ ਜੀ ਆ ਜੋ ਦਿਲ ਦਿਮਾਗ ਦੇ ਅੰਦਰ ਅਸੀਂ ਧਰਮ ਅਪਣਾ ਕਰਕੇ ਬੈਠੇ ਆ, ਇਹਨਾਂ ਦੇ ਵਿੱਚੋਂ ਬਾਹਰ ਕੱਢਣ ਦੇ ਲਈ ਆਇਆ ਕਿ ਖੁਦਾ ਕਿਸੇ ਇੱਕ ਥਾਂ ਦੇ ਉੱਪਰ ਨਹੀਂ ਹੈ, ਇੱਕ ਫਿਰਕੇ ਵਿੱਚ ਨਹੀਂ ਹੈ। ਖੁਦਾ ਤਾਂ ਹਰ ਥਾਂ ਦੇ ਉੱਪਰ ਹੈ, ਜ਼ਰੇ ਜ਼ਰੇ ਦੇ ਵਿੱਚ ਵਸਿਆ। ਭੀਖਣ ਸ਼ਾਹ ਆਨੰਦਿਤ ਹੋਇਆ, ਸਤਿਗੁਰਾਂ ਦੇ ਚਰਨ ਚੁੰਮੇ ਨੇ। ਧੰਨ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਹਰ ਰੋਜ਼ ਗੰਗਾ ਦੇ ਕਿਨਾਰੇ ਤੇ ਜਾਂਦੇ ਨੇ, ਬਾਲਕਾਂ ਦੇ ਨਾਲ ਖੇਡਦੇ ਨੇ। ਉੱਥੇ ਜੋ ਗੰਗਾ ਦੇ ਉੱਪਰ ਇਸ਼ਨਾਨ ਕਰਨ ਵਾਲੇ ਯਾਤਰੂ ਨੇ ਕੁੱਜਿਆਂ ਦੇ ਵਿੱਚ ਪਾਣੀ ਪਾ ਕਰਕੇ, ਗੜਬਿਆਂ 'ਚ ਪਾਣੀ ਪਾ ਕੇ ਰੱਖਦੇ ਨੇ, ਉਹ ਪਾਣੀ ਡੋਲ ਦਿੰਦੇ ਨੇ ਔਰ ਉਹ ਆਨੰਦਿਤ ਹੁੰਦੇ ਨੇ, ਸਤਿਗੁਰਾਂ ਨੂੰ ਨਮਸਕਾਰ ਕਰਦੇ ਨੇ ਕਿ ਗੰਗਾ ਦੇ ਕਿਨਾਰੇ ਤੇ ਬੈਠ ਕਰਕੇ ਧਰਮ ਨਹੀਂ ਪਾਲਿਆ ਜਾਂਦਾ ਤੇ ਆਪਣੇ ਹਿਰਦੇ ਨੂੰ ਪਵਿੱਤਰ ਕਰੋ। ਜੋ ਬਾਬਾ ਕਬੀਰ ਜੀ ਨੇ ਵਚਨ ਕਹੇ ਨੇ, ਕਬੀਰ ਗੰਗਾ ਤੀਰ ਜੋ ਘਰ ਕਰੈ ਪੀਵੈ ਨਿਰਮਲ ਨੀਰ,
ਜੇ ਗੰਗਾ ਦੇ ਕਿਨਾਰੇ ਤੇ ਘਰ ਵੀ ਬਣਾ ਲਈਏ, ਹਰ ਰੋਜ਼ ਉਹਦਾ ਜਲ ਵੀ ਛਕਦੇ ਰਹੀਏ, ਇਸ ਤਰ੍ਹਾਂ ਮਨ ਨਿਰਮਲ ਨਹੀਂ ਹੋਏਗਾ। ਆਪਣੇ ਮਨ ਨੂੰ ਨਿਰਮਲ ਕਰ ਲਵੋ ਤੇ ਖੁਦਾ ਤੁਹਾਡੇ ਪਿੱਛੇ ਤੁਰੇਗਾ, ਨਿਰੰਕਾਰ ਤੁਹਾਡੇ ਪਿੱਛੇ ਪਿੱਛੇ ਤੁਰੇਗਾ। ਸਤਿਗੁਰਾਂ ਨੇ ਇਹ ਗੱਲ ਉਹਨਾਂ ਦੇ ਜ਼ਿਹਨ ਦੇ ਵਿੱਚੋਂ ਮਿਟਾ ਦਿੱਤੀ ਕਿ ਇਸ ਪਾਣੀ ਦੇ ਨਾਲ ਮਨ ਨਿਰਮਲ ਨਹੀਂ ਹੋਏਗਾ। ਇਸੇ ਗੰਗਾ ਦੇ ਕਿਨਾਰੇ ਤੇ ਪੰਡਤ ਸਿਵਦੱਤ, ਜੋ ਰਾਮ ਜੀ ਦਾ ਉਪਾਸ਼ਕ ਹੈ, ਉਹ ਹਰ ਰੋਜ਼ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ, ਬਾਲਾ ਪ੍ਰੀਤਮ ਨੂੰ ਰਾਮ ਰੂਪ ਹੋ ਕਰਕੇ ਵੇਖਦਾ ਹੈ ਤੇ ਗਰੀਬ ਨਵਾਜ਼ ਸਾਹਿਬ ਜੀ ਉਸ ਨੂੰ ਉਸੇ ਰੂਪ ਦੇ ਵਿੱਚ ਜਾ ਕਰਕੇ ਦੀਦਾਰ ਬਖਸ਼ਦੇ ਨੇ। ਉਹ ਆਨੰਦਿਤ ਹੋ ਜਾਂਦਾ ਹੈ। ਇਥੋਂ ਦੇ ਰਾਜਾ ਫਤਿਹ ਚੰਦ ਅਤੇ ਉਹਦੇ ਧਰਮ ਪਤਨੀ ਪੰਡਤ ਸਿਵਦੱਤ ਦੇ ਕੋਲ ਜਾ ਕਰਕੇ ਪੁਕਾਰ ਕਰਦੇ ਨੇ, ਇਹਨਾਂ ਦੇ ਘਰ ਸੰਤਾਨ ਨਹੀਂ, ਕਿ ਕਿਰਪਾ ਕਰੋ ਸਾਨੂੰ ਸੰਤਾਨ ਦੀ ਦਾਤ ਬਖਸ਼ੋ, ਅਰਦਾਸ ਕਰੋ। ਪੰਡਤ ਸਿਵਦੱਤ ਜੀ ਕਹਿਣ ਲੱਗੇ, ਇਹ ਪਟਨੇ ਦੀਆਂ ਗਲੀਆਂ ਨੂੰ ਖੁਦਾ ਆਪ ਭਾਗ ਲਾ ਰਿਹਾ ਹੈ। ਪਰਮੇਸ਼ਰ ਇਸ ਪਟਨੇ ਦੀਆਂ ਗਲੀਆਂ ਦੇ ਵਿੱਚ ਆਪ ਖੇਡਦਾ ਹੈ, ਤੁਸੀਂ ਉਹਦੇ ਅੱਗੇ ਅਰਦਾਸ ਕਰੋ। ਪਰਤ ਕੇ ਰਾਜਾ ਫਤਿਹ ਚੰਦ ਤੇ ਇਹਦੇ ਧਰਮ ਪਤਨੀ ਨੇ ਬੇਨਤੀ ਕੀਤੀ, ਕਹਿਣ ਲੱਗੇ ਉਹ ਕਿਵੇਂ ਮਿਲੇਗਾ? ਪੰਡਤ ਸਿਵਦੱਤ ਜੀ ਕਹਿਣ ਲੱਗੇ, ਘਰ ਬੈਠ ਕੇ ਮਨ ਨੂੰ ਟਿਕਾ ਕੇ ਉਹਦਾ ਸਿਮਰਨ ਕਰੋ, ਬੰਦਗੀ ਕਰੋ, ਉਹ ਆਪਣੇ ਆਪ ਹੀ ਤੁਹਾਡੇ ਕੋਲ ਪਹੁੰਚੇਗਾ। ਗਰੀਬ ਨਵਾਜ਼ ਸਾਹਿਬ ਜੀ ਨੂੰ ਹਰ ਰੋਜ਼ ਘਰ ਦੇ ਵਿੱਚ ਬੈਠ ਕੇ ਯਾਦ ਕਰਦੇ ਨੇ। ਬਾਲਾ ਪ੍ਰੀਤਮ ਗੋਬਿੰਦ ਰਾਏ ਜੀ ਬਾਲਕਾਂ ਦੇ ਨਾਲ ਖੇਡਦੇ ਹੋਏ ਰਾਣੀ ਦੀ ਗੋਦ ਵਿੱਚ ਜਾ ਕਰਕੇ ਬੈਠ ਜਾਂਦੇ ਨੇ। ਬੜੇ ਪਿਆਰ ਦੇ ਨਾਲ ਮੁਖ ਤੋਂ ਮਾਂ ਸ਼ਬਦ ਕਹਿੰਦੇ ਨੇ। ਜਿਉਂ ਹੀ ਮਾਂ ਸ਼ਬਦ ਕਿਹਾ ਤੇ ਹਿਰਦੇ ਨੂੰ ਧੂ ਪਈ, ਔਰ ਉਸ ਸਮੇਂ ਰਾਣੀ ਕਹਿਣ ਲੱਗੀ, ਇੱਕ ਵਾਰ ਫਿਰ ਇਹ ਮਾਂ ਸ਼ਬਦ ਕਹੋ। ਸਤਿਗੁਰਾਂ ਨੇ ਫਿਰ ਮਾਂ ਸ਼ਬਦ ਕਿਹਾ। ਬੜਾ ਆਨੰਦ ਹਿਰਦੇ ਦੇ ਵਿੱਚ ਬਣਿਆ, ਬਹੁਤ ਜ਼ਿਆਦਾ ਮਮਤਾ ਅੰਦਰ ਪੈਦਾ ਹੋਈ। ਗਰੀਬ ਨਵਾਜ਼ ਸਾਹਿਬ ਜੀ ਨੇ ਕਿਹਾ, ਬਾਲਕ ਨਾਲ ਨੇ, ਭੁੱਖ ਲੱਗੀ ਹੈ ਤੇ ਕੁਝ ਛਕਾਓ। ਘਰ ਦੇ ਵਿੱਚ ਛੋਲੇ ਉਬਲੇ ਨੇ ਤੇ ਉਹ ਛੋਲੇ ਸਤਿਗੁਰਾਂ ਨੂੰ ਛਕਾਏ, ਬਾਲਕਾਂ ਨੂੰ ਜਿਹੜੇ ਨਾਲ ਖੇਡਦੇ ਨੇ ਹਾਣੀ, ਉਹਨਾਂ ਨੂੰ ਛਕਾ ਦਿੱਤੇ। ਹਰ ਰੋਜ਼ ਦਾ ਨੇਮ ਬਣ ਗਿਆ। ਪੂਰੀਆਂ ਤੇ ਛੋਲੇ ਹਰ ਰੋਜ਼ ਜਾ ਕਰਕੇ ਰਾਜਾ ਫਤਿਹ ਚੰਦ ਦੇ ਘਰ ਜਾ ਕੇ ਛਕਦੇ ਨੇ। ਇੱਕ ਦਿਨ ਮਾਂ ਗੁਜਰੀ ਜੀ ਨੇ ਬੇਨਤੀ ਕੀਤੀ ਕਿ ਲਾਲ ਜੀ, ਇੱਕ ਪੁੱਤਰ ਤੇ ਦੋ ਮਾਵਾਂ, ਇਹ ਕਿਵੇਂ ਹੋ ਸਕਦਾ ਹੈ? ਤਾਂ ਉਸ ਸਮੇਂ ਬਾਲਾ ਪ੍ਰੀਤਮ ਗੋਬਿੰਦ ਰਾਏ ਜੀ ਕਹਿਣ ਲੱਗੇ, ਮਾਂ ਵੇਖ, ਅੱਖਾਂ ਦੋ ਨੇ ਤੇ ਦੋ ਅੱਖਾਂ ਦੇ ਵਿੱਚ ਜੋਤ ਇੱਕ ਹੈ। ਸਰੋਵਰ ਦੋ ਨੇ ਤੇ ਦੋ ਸਰੋਵਰਾਂ ਦੇ ਵਿੱਚ ਇੱਕ ਸੂਰਜ ਦਿਖਾਈ ਦਿੰਦਾ, ਇੱਕ ਚੰਦਰਮਾ ਦਿਖਾਈ ਦਿੰਦਾ ਹੈ। ਤੇ ਮਾਂ, ਜੇ ਦੋ ਸਰੋਵਰਾਂ ਦੇ ਵਿੱਚ ਇੱਕ ਸੂਰਜ ਦਿਖਾਈ ਦੇ ਸਕਦਾ ਹੈ, ਦੋ ਅੱਖਾਂ ਦੇ ਵਿੱਚ ਇੱਕ ਜੋਤ ਟਿਕ ਸਕਦੀ ਹੈ, ਕਿ ਦੋ ਮਾਵਾਂ ਦੀ ਗੋਦ ਵਿੱਚ ਇੱਕ ਪੁੱਤਰ ਨਹੀਂ ਖੇਡ ਸਕਦਾ? ਗਰੀਬ ਨਵਾਜ਼ ਸਾਹਿਬ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਪਟਨੇ ਦੀ ਧਰਤੀ ਦੇ ਉੱਪਰ ਰਹਿ ਕਰਕੇ ਜਿਹੜੇ ਬਾਲਕ ਹਮੇਸ਼ਾ ਭੈ ਵਿੱਚ ਵਿਚਰਦੇ ਸਨ, ਉਹਨਾਂ ਦੇ ਜੀਵਨ ਦੇ ਵਿੱਚ ਉਹ ਭੈ ਦੂਰ ਕੀਤਾ ਹੈ। ਆਪ ਗਰੀਬ ਨਵਾਜ਼ ਸਤਿਗੁਰੂ ਜੀ ਉਹਨਾਂ ਬਾਲਕਾਂ ਦੀਆਂ ਦੋ ਟੁਕੜੀਆਂ ਬਣਾਉਂਦੇ ਨੇ, ਉਹਨਾਂ ਨੂੰ ਜੰਗੀ ਕਰਤੱਵ ਸਿਖਾਉਂਦੇ ਨੇ। ਜੋ ਜਿੱਤ ਜਾਂਦੇ ਨੇ ਉਹਨਾਂ ਨੂੰ ਮਾਮਾ ਕਿਰਪਾਲ ਚੰਦ ਜੀ ਦੇ ਕੋਲੋਂ ਤੇ ਮਾਤਾ ਜੀ ਦੇ ਕੋਲੋਂ ਇਨਾਮ ਲੈ ਕਰਕੇ ਦਿੰਦੇ ਨੇ। ਧੰਨ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਬਾਲਕਾਂ ਦੇ ਅੰਦਰ ਅਣਖ ਤੇ ਗੈਰਤ ਭਰ ਦਿੱਤੀ ਹੈ। ਇਥੋਂ ਦਾ ਨਵਾਬ ਰਹੀਮ ਬਖਸ਼, ਉਹ ਜਦੋਂ ਆਉਂਦਾ ਤੇ ਸਾਰੇ ਪਟਨੇ ਨਿਵਾਸੀ ਉਹਨੂੰ ਸਲਾਮਾਂ ਕਰਦੇ ਸਨ। ਤੇ ਗਰੀਬ ਨਵਾਜ਼ ਸਾਹਿਬ ਜੀ ਨੇ ਕਿਹਾ, ਕੋਈ ਵੀ ਫੌਜਦਾਰ ਆਵੇ, ਕੋਈ ਨਵਾਬ ਆਵੇ, ਕੋਈ ਅਹਿਲਕਾਰ ਆਵੇ, ਕਿਸੇ ਨੂੰ ਸਲਾਮ ਨਹੀਂ ਕਰਨੀ। ਉਹਨਾਂ ਦਾ ਮਖੌਲ ਉਡਾਉਣਾ ਹੈ, ਮੌਜੂਆ ਉਡਾਉਣਾ ਹੈ।
ਤੇ ਬਾਲਕ ਸਤਿਗੁਰਾਂ ਦੇ ਮਗਰ ਲੱਗ ਕਰਕੇ ਉਸੇ ਤਰ੍ਹਾਂ ਜੇ ਇੱਕ ਨਵਾਬ ਆਉਂਦਾ ਹੈ ਉਹਦਾ ਮਖੌਲ ਉਡਾਉਂਦੇ ਨੇ, ਕੋਈ ਉਹਨੂੰ ਸਲਾਮ ਨਹੀਂ ਕਰਦੇ, ਕਿਉਂਕਿ ਨਿਰਭੈ ਸਤਿਗੁਰਾਂ ਦੇ ਕੋਲ ਨੇ ਤੇ ਨਿਰਭੈ ਕੋਲ ਰਹਿ ਕਰਕੇ ਅੰਦਰ ਕਿਵੇਂ ਭੈ ਆ ਸਕਦਾ ਹੈ। ਉਹਨਾਂ ਦੇ ਅੰਦਰੋਂ ਭੈ ਮਿਟ ਗਿਆ। ਜਿਨ੍ਹਾਂ ਨੇ ਨਿਰਭਉ ਨੂੰ ਧਿਆਇਆ, ਨਿਰਭਉ ਦੀ ਸੰਗਤ ਕੀਤੀ, ਉਹਨਾਂ ਦੇ ਅੰਦਰੋਂ ਹਰ ਪ੍ਰਕਾਰ ਦਾ ਭੈ ਮਿਟ ਜਾਂਦਾ ਹੈ। ਜਿਨ ਨਿਰਭਉ ਧਿਆਇਆ ਜੀ ਤਿਨ ਕਾ ਭਉ ਸਭ ਗਵਾਸੀ। ਸਾਰੇ ਭੈ ਉਹਨਾਂ ਦੇ ਜੀਵਨ ਦੇ ਅੰਦਰੋਂ ਮਿਟ ਜਾਂਦੇ ਨੇ। ਪਟਨਾ ਨਿਵਾਸੀਆਂ ਨੇ ਗਰੀਬ ਨਵਾਜ਼ ਸਾਹਿਬ ਜੀ ਨੂੰ ਖਤ ਲਿਖ ਕਰਕੇ ਭੇਜਿਆ ਕਿ ਬਾਲਕ ਗੋਬਿੰਦ ਰਾਏ ਜੀ ਨਵਾਬ ਦਾ ਮਖੌਲੂਆ ਉਡਾਉਂਦੇ ਨੇ, ਹਰ ਰੋਜ਼ ਉਹਨਾਂ ਨੂੰ ਚਿੜਾਉਂਦੇ ਨੇ। ਤੇ ਗਰੀਬ ਨਵਾਜ਼ ਸਾਹਿਬ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਇੱਕ ਹੁਕਮਨਾਮੇ ਦੇ ਵਿੱਚ ਲਿਖ ਕਰਕੇ ਭੇਜਿਆ ਪਟਨਾ ਨਿਵਾਸੀਆਂ ਨੂੰ ਕਿ ਗੋਬਿੰਦ ਕੀਆ ਸੋ ਭਲਾ ਕੀਆ, ਜੋ ਵੀ ਇਹਨਾਂ ਨੇ ਕੀਤਾ ਚੰਗਾ ਕੀਤਾ ਹੈ। ਤੇ ਗਰੀਬ ਨਵਾਜ਼ ਸਾਹਿਬ ਜੀ ਨੇ ਕਿਹਾ ਜੇ ਤੁਹਾਡੇ ਕੋਲ ਕੋਈ ਅਹਿਲਕਾਰ ਆਉਂਦਾ, ਕੋਈ ਨਵਾਬ ਆਉਂਦਾ ਨਾ, ਉਹਨੂੰ ਪਾਮਦੀ ਦੇਣੀ, ਸਿਰਾਂਦੀ ਨਾ ਦੇਣੀ। ਉਹਨਾਂ ਨੂੰ ਪੈਰਾਂ ਵੱਲ ਬਿਠਾਉਣਾ, ਸਿਰਹਾਣੇ ਵੱਲ ਨਹੀਂ ਬਿਠਾਉਣਾ। ਗਰੀਬ ਨਵਾਜ਼ ਸਤਿਗੁਰੂ ਜੀ ਨੇ ਪਟਨੇ ਦੀ ਧਰਤੀ ਦੇ ਉੱਪਰ ਰਹਿ ਕਰਕੇ ਬੇਅੰਤ ਕੌਤਕ ਕੀਤੇ ਨੇ। ਗੋਬਿੰਦ ਰਾਏ ਜੀ ਦੇ ਹੱਥਾਂ ਦੇ ਵਿੱਚ ਮਾਤਾ ਜੀ ਨੇ ਕੰਗਣ ਪਹਿਨਾਏ ਨੇ। ਦਾਤਾਰ ਸਤਿਗੁਰੂ ਜੀ ਗੰਗਾ ਦੇ ਕਿਨਾਰੇ ਤੇ ਬਾਲਕਾਂ ਦੇ ਨਾਲ ਖੇਡ ਰਹੇ ਨੇ। ਉਹ ਕੋਈ ਖੇਡ ਐਵੇਂ ਨਹੀਂ ਖੇਡਦੇ, ਤੇ ਉਹਨਾਂ ਦੀਆਂ ਖੇਡਾਂ ਦੇ ਵਿੱਚ ਰਮਜ਼ ਹੁੰਦੀ ਸੀ। ਉਸ ਸਮੇਂ ਸਤਿਗੁਰਾਂ ਨੇ ਆਪਣੇ ਇੱਕ ਹੱਥ ਦੇ ਵਿੱਚ ਉਹ ਕੰਗਣ ਲਾਇਆ ਤੇ ਗੰਗਾ ਦੇ ਪਾਣੀ ਦੇ ਵਿੱਚ ਸੁੱਟ ਦਿੱਤਾ। ਘਰ ਆਏ ਨੇ, ਦੇਖਿਆ ਇੱਕ ਹੱਥ ਦੇ ਵਿੱਚ ਕੰਗਣ ਨਹੀਂ। ਮਾਤਾ ਜੀ ਨੇ ਪੁੱਛਿਆ, ਲਾਲ ਜੀ ਤੁਹਾਡੇ ਦੋਨਾਂ ਹੱਥਾਂ ਵਿੱਚ ਕੰਗਣ ਸਨ ਤੇ ਇੱਕ ਕਿੱਥੇ ਹੈ? ਗਰੀਬ ਨਵਾਜ਼ ਸਾਹਿਬ ਜੀ ਨੇ ਇਹ ਨਹੀਂ ਕਿਹਾ ਕਿ ਮੈਂ ਇੱਥੇ ਸੁੱਟ ਦਿੱਤਾ, ਉੱਥੇ ਸੁੱਟ ਦਿੱਤਾ। ਮਾਂ ਦਾ ਹੱਥ ਫੜਿਆ ਤੇ ਗੰਗਾ ਦੇ ਕਿਨਾਰੇ ਤੇ ਲਿਜਾ ਕਰਕੇ ਦੂਸਰੇ ਹੱਥ ਦੇ ਵਿੱਚ ਉਹ ਕੰਗਣ ਲਾ ਕਰਕੇ ਗੰਗਾ ਦੇ ਡੂੰਘੇ ਪਾਣੀ ਦੇ ਵਿੱਚ ਸੁੱਟ ਕਰਕੇ ਕਿਹਾ, ਮਾਂ ਇੱਥੇ ਛੁੱਟਿਆ। ਉਹ ਸਤਿਗੁਰੂ ਜੋ ਸਰਬ ਲੋਕ ਕੀ ਰੱਛਾ ਹਮਨੇ ਹਰ ਰੋਜ਼ ਅਰਦਾਸ ਕਰਦੇ ਨੇ, ਉਹ ਸੋਨੇ ਦੇ ਨਾਲ ਕੋਈ ਮੋਹ ਪਾਉਣ ਵਾਲੇ ਨਹੀਂ ਹਨ। ਗਰੀਬ ਨਵਾਜ਼ ਸਤਿਗੁਰੂ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਪਟਨੇ ਦੀ ਧਰਤੀ ਦੇ ਉੱਪਰ ਸ਼ਸਤਰਾਂ ਦਾ ਅਭਿਆਸ ਕਰਦੇ ਨੇ। ਗੁਲੇਲ ਲੈ ਕਰਕੇ ਸੁਆਣੀਆਂ ਦੇ ਘੜੇ ਭੰਨ ਦਿੰਦੇ ਨੇ। ਮਾਤਾ ਜੀ ਨੇ ਉਹਨਾਂ ਨੂੰ ਪਿੱਤਲ ਦੀਆਂ ਗਾਗਰਾਂ ਲੈ ਕਰਕੇ ਦੇ ਦਿੱਤੀਆਂ ਤੇ ਬਾਲਾ ਪ੍ਰੀਤਮ ਗੋਬਿੰਦ ਰਾਏ ਜੀ ਨੇ ਗੁਲੇਲ ਛੱਡ ਕਰਕੇ ਹੱਥ ਦੇ ਵਿੱਚ ਤੀਰ ਕਮਾਨ ਪਕੜ ਲਏ ਨੇ। ਤੀਰ ਕਮਾਨ ਦੇ ਨਾਲ ਉਹਨਾਂ ਦੀਆਂ ਗਾਗਰਾਂ ਨੂੰ ਫੁੰਡਣ ਲੱਗ ਪਏ ਨੇ, ਉਹਨਾਂ ਵਿੱਚ ਛੇਕ ਕਰਨ ਲੱਗ ਪਏ। ਫਿਰ ਮਾਤਾ ਜੀ ਦੇ ਕੋਲ ਸ਼ਿਕਾਇਤਾਂ ਕੀਤੀਆਂ ਤੇ ਮਾਤਾ ਜੀ ਨੇ ਅਰਦਾਸ ਕਰ ਦਿੱਤੀ ਕਿ ਇਸ ਖੂਹ ਦਾ ਪਾਣੀ ਹੀ ਖਾਰਾ ਹੋ ਜਾਏ। ਹੁਣ ਤਖਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਵਿਖੇ ਜਾ ਕਰਕੇ ਜਦੋਂ ਵੇਖਦੇ ਹਨ, ਉੱਥੇ ਉਹ ਖੂਹ ਅੱਜ ਵੀ ਮੌਜੂਦ ਹੈ। ਉਸ ਖੂਹ ਦਾ ਪਾਣੀ ਅੱਜ ਵੀ ਖਾਰਾ ਹੈ। ਗਰੀਬ ਨਵਾਜ਼ ਸਾਹਿਬ ਜੀ ਨੇ ਪਟਨੇ ਦੀ ਧਰਤੀ ਦੇ ਉੱਪਰ ਰਹਿ ਕਰਕੇ ਬੇਅੰਤ ਕੌਤਕ ਕੀਤੇ ਨੇ। ਅਖੀਰ ਇੱਕ ਨਵਾਬ ਰਹੀਮ ਬਖਸ਼ ਵੀ ਸਤਿਗੁਰੂ ਜੀ ਦਾ ਮੁਰੀਦ ਬਣ ਗਿਆ, ਸੇਵਕ ਬਣ ਗਿਆ ਸੀ। ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਪਟਨੇ ਵਿਖੇ ਪਰਿਵਾਰ ਨੂੰ ਵਾਪਸ ਆਨੰਦਪੁਰ ਸਾਹਿਬ ਵਿਖੇ ਬੁਲਾਇਆ। ਪਟਨੇ ਸੁਨੇਹਾ ਭੇਜ ਦਿੱਤਾ ਹੈ ਕਿ ਤੁਸੀਂ ਪੰਜਾਬ ਦੀ ਧਰਤੀ ਦੇ ਉੱਪਰ ਆਵੋ। ਗਰੀਬ ਨਵਾਜ਼ ਸਾਹਿਬ ਜੀ, ਬਾਲਾ ਪ੍ਰੀਤਮ ਗੋਬਿੰਦ ਰਾਏ ਜੀ ਪਰਿਵਾਰ ਸਮੇਤ ਪਟਨੇ ਦੀ ਧਰਤੀ ਤੋਂ ਚੱਲੇ। ਪੜਾਦਰ ਪੜਾ ਪੈਂਡਾ ਤੈਅ ਕਰਦੇ ਹੋਏ ਆਨੰਦਪੁਰ ਸਾਹਿਬ ਦੀ ਧਰਤੀ ਤੇ ਪਹੁੰਚੇ ਨੇ। ਇੱਥੇ ਧੰਨ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੂੰ ਸਾਹਿਬ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਪੁੱਛਿਆ, ਅੱਜ ਪਹਿਲੀ ਵਾਰ ਮਿਲਾਪ ਹੋਇਆ ਪਿਤਾ ਤੇ ਪੁੱਤਰ ਦਾ। ਪਿਤਾ ਜੀ ਨੇ ਕਿਹਾ, ਲਾਲ ਜੀ ਤੁਸੀਂ ਕਿੰਨੀ ਕੁ ਬਾਣੀ ਕੰਠ ਕੀਤੀ ਹੈ? ਤਾਂ ਉਸ ਸਮੇਂ
ਪ੍ਰਿੰਸੀਪਲ ਸਤਵੀਰ ਸਿੰਘ ਜੀ ਲਿਖਦੇ ਨੇ ਕਿ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਬਾਲਾ ਪ੍ਰੀਤਮ ਨੇ ਸਾਹਿਬ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੂੰ ਜਵਾਨੀ ਆਨੰਦ ਸਾਹਿਬ ਸੁਣਾਇਆ। ਇਹ ਆਨੰਦ ਸਾਹਿਬ ਦੀ ਪਾਵਨ ਬਾਣੀ ਸੁਣ ਕਰਕੇ ਹੀ ਗਰੀਬ ਨਵਾਜ਼ ਸਾਹਿਬ ਜੀ ਨੇ ਫਿਰ ਇਸ ਧਰਤੀ ਦਾ ਨਾਮ, ਜਿਸ ਦਾ ਨਾਮ ਚੱਕ ਮਾਤਾ ਨਾਨਕੀ ਰੱਖਿਆ ਤੇ ਆਨੰਦਪੁਰ ਸਾਹਿਬ ਰੱਖਿਆ ਗਿਆ। ਸਤਿ ਸ੍ਰੀ ਅਕਾਲ। ਗਰੀਬ ਨਵਾਜ਼ ਸਾਹਿਬ ਜੀ ਨੇ ਬੜੀਆਂ ਰਹਿਮਤਾਂ ਕੀਤੀਆਂ। ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਆਪਣੀ ਦੇਖ ਰੇਖ ਦੇ ਵਿੱਚ ਉਹ ਬਾਲਾ ਪ੍ਰੀਤਮ ਗੋਬਿੰਦ ਰਾਏ ਜੀ ਦੀ ਪਰਵਿਸ਼ ਕੀਤੀ। ਉਹਨਾਂ ਦੀ ਉਚੇਰੀ ਵਿਦਿਆ ਗਰੀਬ ਨਵਾਜ਼ ਸਾਹਿਬ ਜੀ ਨੇ ਉਹਦੇ ਵੱਲ ਉਚੇਚਾ ਧਿਆਨ ਦਿੱਤਾ ਹੈ। ਦੀਨੀ ਭਾਂਤ ਭਾਂਤ ਕੀ ਸਿੱਖਿਆ, ਅਨੇਕਾਂ ਤਰ੍ਹਾਂ ਦੀ ਸਿੱਖਿਆ ਦਿੱਤੀ ਹੈ। ਉਸ ਗਰੀਬ ਨਵਾਜ਼ ਸਾਹਿਬ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ 9 ਸਾਲ ਦੀ ਉਮਰ ਦੇ ਵਿੱਚ ਆਪਣਾ ਪਿਤਾ ਦਿੱਲੀ ਵੱਲ ਨੂੰ ਤੋਰ ਦਿੱਤਾ। ਜਦੋਂ ਆ ਹਿੰਦੁਸਤਾਨ ਦੇ ਲੋਕਾਂ ਦੇ ਕਿਸੇ ਦੇ ਬਾਂਹ ਫੜਨ ਵਾਲਾ ਕੋਈ ਨਹੀਂ ਸੀ, ਇਸ ਢਹਿੰਦੇ ਹੋਏ ਦੇਸ਼ ਦਾ ਸਹਾਰਾ ਕੋਈ ਨਹੀਂ ਸੀ, ਉਦੋਂ ਗਰੀਬ ਨਵਾਜ਼ ਸਾਹਿਬ ਜੀ ਨੇ ਆਪਣੇ ਪਿਤਾ ਨੂੰ ਤੋਰ ਦਿੱਤਾ। ਸਾਰਾ ਸਰਬੰਸ ਸਤਿਗੁਰਾਂ ਨੇ ਕੁਰਬਾਨ ਕਰ ਦਿੱਤਾ ਹੈ ਤੇ ਸਰਬੰਸ ਕੁਰਬਾਨ ਕਰਕੇ ਤੇ ਗਰੀਬ ਨਵਾਜ਼ ਸਤਿਗੁਰੂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਕਿਹਾ, ਮੈਂ ਆਪਣੇ ਸਿਰ ਤੋਂ ਕਿਸ਼ਤਾਂ ਦੇ ਨਾਲ ਕਰਜ਼ ਅਦਾ ਕੀਤਾ ਹੈ। ਪਹਿਲੀ ਕਿਸ਼ਤ 9 ਸਾਲ ਦੀ ਉਮਰ ਦੇ ਵਿੱਚ ਸਤਿਗੁਰਾਂ ਨੇ ਉਤਾਰੀ ਤੇ ਗਰੀਬ ਨਵਾਜ਼ ਸਾਹਿਬ ਜੀ ਕਹਿਣ ਲੱਗੀ, ਇੰਨੀ ਨਿਮਰਤਾ ਵਿੱਚ ਕਿ ਮੈਨੂੰ ਸ਼ਹਿਨਸ਼ਾਹ ਨਾ ਕਹੋ, ਮੈਂ ਹੋ ਪਰਮ ਪੁਰਖ ਕੋ ਦਾਸਾ। ਤੇ ਜਦੋਂ ਗੁਰਸਿੱਖਾਂ ਨੇ ਸ਼ਹਿਨਸ਼ਾਹ ਕਹਿ ਕੇ ਬੇਨਤੀ ਕੀਤੀ ਤੇ ਉਸ ਸਮੇਂ ਸਤਿਗੁਰਾਂ ਨੇ ਬਚਨ ਕੀਤੇ ਕਿ ਢਹਿੰਦੇ ਦੇਸ਼ ਦਾ ਸਹਾਰਾ ਜਦੋਂ ਨਹੀਂ ਸੀ, ਉਦੋਂ ਪਿਤਾ ਇਸ ਦੇਸ਼ ਤੋਂ ਵਾਰਿਆ ਮੈਂ, ਮਾਤਾ ਗੁਜਰੀ ਸਰਹੰਦ ਦੇ ਵਿੱਚ ਗੁਜਰੀ, ਸਮਾਂ ਗੁਜ਼ਰਿਆ ਜਿਵੇਂ ਗੁਜ਼ਾਰਿਆ ਮੈਂ, 4 ਪੁੱਤਰ ਸਨ ਬਖਸ਼ੇ ਪ੍ਰਮਾਤਮਾ ਨੇ, ਜੋੜਾ ਜੋੜਾ ਕਰਕੇ ਉਹ ਵੀ ਵਾਰਿਆ ਮੈਂ, ਮੈਨੂੰ ਮਤ ਸ਼ਹਿਨਸ਼ਾਹ ਕਹੋ ਸਿੰਘੋ, ਕਿਸ਼ਤਾਂ ਨਾਲ ਤਾਂ ਕਰਜ਼ ਉਤਾਰਿਆ ਮੈਂ। ਉਹ ਗਰੀਬ ਨਵਾਜ਼ ਸਤਿਗੁਰੂ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਦਮਦਮਾ ਸਾਹਿਬ ਦੀ ਪਾਵਨ ਧਰਤੀ ਤੇ ਆ ਸਮੁੱਚੇ ਖਾਲਸੇ ਨੂੰ ਆਪਣਾ ਪੁੱਤਰ ਬਣਾਇਆ। ਮਾਤਾ ਸਾਹਿਬ ਕੌਰ ਜੀ ਦੀ ਝੋਲੀ ਵਿੱਚ ਪਾਇਆ। ਜਦੋਂ ਮਾਤਾ ਨੇ ਕਿਹਾ ਸੀ ਨਾ, ਸਾਡੇ ਲਖ ਤੇ ਜਿਗਰ ਦੇ ਟੋਟੇ ਕਿੱਥੇ ਨੇ, ਤੇ ਸਤਿਗੁਰਾਂ ਨੇ ਕਿਹਾ ਸੀ, ਆਹ ਸਾਰੇ ਪੁੱਤਰ ਤੁਹਾਡੇ ਨੇ। ਪੁੱਤਰ ਹੋਣ ਦਾ ਮਾਣ ਬਖਸ਼ਿਆ ਤੇ ਕਿਹਾ ਸੀ, ਇਨ ਪੁੱਤਰਨ ਕੇ ਸੀਸ ਪੈ ਵਾਰ ਦੀਏ ਸੁਤ ਚਾਰ ਚਾਰ ਮੂਏ ਤੋਂ ਕਿਆ ਹੁਆ ਜੀਵਤ ਕਈ ਹਜ਼ਾਰ। ਆ ਪੁੱਤਰ ਨੇ। ਉਸ ਗਰੀਬ ਨਵਾਜ਼ ਸਾਹਿਬ ਜੀ ਨੇ ਦਮਦਮਾ ਸਾਹਿਬ ਦੀ ਪਾਵਨ ਧਰਤੀ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪਾਵਨ ਸਰੂਪ ਸੰਪੂਰਨ ਕਰਵਾਇਆ। ਭਾਈ ਮਨੀ ਸਿੰਘ ਜੀ ਨੂੰ ਲਿਖਾਰੀ ਲਗਾਇਆ, ਬਾਬਾ ਦੀਪ ਸਿੰਘ ਜੀ ਨੂੰ ਸਹਾਇਕ ਲਿਖਾਰੀ ਲਗਾਇਆ। ਇਸੇ ਪਾਵਨ ਸਰੂਪ ਨੂੰ ਜੋ ਦਮਦਮਾ ਸਾਹਿਬ ਦੀ ਪਾਵਨ ਧਰਤੀ ਤੇ ਸਤਿਗੁਰਾਂ ਨੇ ਲਿਖਵਾਇਆ, ਭਾਈ ਮਨੀ ਸਿੰਘ ਜੀ ਦੇ ਪਾਸੋਂ ਨੰਦੇੜ ਦੀ ਧਰਤੀ ਤੇ ਸਤਿਗੁਰਾਂ ਨੇ ਇਸ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਤਾ ਗੱਦੀ ਬਖਸ਼ੀ ਹੈ। ਤੇ ਗਰੀਬ ਨਵਾਜ਼ ਸਾਹਿਬ ਜੀ ਨੇ ਬੜੀਆਂ ਰਹਿਮਤਾਂ ਕੀਤੀਆਂ ਨੇ ਔਰ ਸਾਰਾ ਸਰਬੰਸ ਵਾਰ ਕਰਕੇ ਸਾਨੂੰ ਸਰਦਾਰੀਆਂ ਬਖਸ਼ੀਆਂ। ਖਾਲਸਾ ਜੀ, ਉਸ ਗਰੀਬ ਨਵਾਜ਼ ਸਤਿਗੁਰੂ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਅੱਜ ਪਾਵਨ ਪ੍ਰਕਾਸ਼ ਗੁਰਪੁਰਬ ਹੈ। ਜਿੱਥੇ ਵੀ ਨਾਨਕ ਨਾਮ ਲੇਵਾ ਗੁਰਸਿੱਖ ਸੰਗਤਾਂ ਬੈਠੀਆਂ ਬੜੀ ਸ਼ਰਧਾ ਭਾਵਨਾ ਨਾਲ ਮਨਾ ਰਹੀਆਂ। ਸਤਿਗੁਰੂ ਜੀ ਦੇ ਪਾਵਨ ਪ੍ਰਕਾਸ਼ ਗੁਰਪੁਰਬ ਦੀਆਂ ਆਪ ਸਰਬੱਤ ਸੰਗਤਾਂ ਨੂੰ ਬਹੁਤ ਬਹੁਤ ਵਧਾਈਆਂ। ਆਓ ਹੁਣ ਪਿਆਰ ਸਤਿਕਾਰ ਦੇ ਨਾਲ ਚੱਲ ਰਹੀ ਲੜੀਵਾਰ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਵਿੱਚੋਂ ਇਤਿਹਾਸ ਦੀ ਕਥਾ ਨੂੰ ਸਰਵਣ ਕਰੀਏ। ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਕੋਲ ਮੰਡੀ ਦੇ ਰਾਜੇ ਨੇ ਬੇਨਤੀ ਕੀਤੀ, ਸਤਿਗੁਰੂ ਜੀ ਆਪ ਜੀ ਨੇ ਮੇਰੇ ਉੱਪਰ ਬੜੀ ਰਹਿਮਤ ਕੀਤੀ ਹੈ, ਬੜੀ ਕਿਰਪਾ ਕੀਤੀ ਹੈ। ਮੇਰੇ ਮਨ ਦੇ ਅੰਦਰ ਆਸ਼ੰਕੇ ਸੀ ਤੇ ਸਤਿਗੁਰੂ ਜੀ ਨੇ ਉਹਦਾ ਸ਼ੰਕਾ ਨਿਵਰਤ ਕਰ ਦਿੱਤਾ ਕਿ ਜੋ ਲੇਖ ਨਾ ਮਿਟੀ ਹੀ ਹੈ ਸਖੀ ਜੋ ਲਿਖਿਆ ਕਰਤਾਰ। ਇਹ ਸ਼ੰਕਾ ਮੰਡੀ ਦੇ ਰਾਜੇ ਦੇ ਮਨ ਦੇ ਅੰਦਰ ਸੀ ਕਿ ਗੁਰੂ ਦੇ ਕੋਲੇ ਆਉਣ ਦਾ ਕੀ ਫਾਇਦਾ ਜੇ ਲੇਖ ਹੀ ਨਹੀਂ ਮਿਟਣੇ। ਸਤਿਗੁਰਾਂ ਨੇ ਉਹਦਾ ਜਨਮ ਸੁਪਨੇ ਦੇ ਵਿੱਚ ਹੀ ਕੱਟ ਦਿੱਤਾ, ਸਾਰਾ ਪ੍ਰਤੱਖ ਤੌਰ ਦੇ ਉੱਪਰ ਵੀ ਵਿਖਾ ਦਿੱਤਾ। ਇੱਕ ਖੁੱਲੀਆਂ ਅੱਖਾਂ ਦਾ ਸੁਪਨਾ ਹੈ, ਇੱਕ ਬੰਦ ਅੱਖਾਂ ਦਾ ਸੁਪਨਾ ਹੈ ਤੇ ਸਤਿਗੁਰਾਂ ਨੇ ਦੋਨੇ ਪ੍ਰਤੱਖ ਤੌਰ ਦੇ ਉੱਪਰ ਰਾਜੇ ਨੂੰ ਦਿਖਾ ਦਿੱਤੇ। ਰਾਜਾ ਸਤਿਗੁਰਾਂ ਦੇ ਚਰਨਾਂ ਉੱਪਰ ਡਿੱਗਿਆ।
ਗਰੀਬ ਨਿਵਾਜ ਸਾਹਿਬ ਜੀ ਦੇ ਕੋਲੋਂ ਚਰਨਾ ਅੰਮ੍ਰਿਤ ਪ੍ਰਾਪਤ ਕੀਤਾ ਹੈ ਔਰ ਸਤਿਗੁਰੂ ਜੀ ਦਾ ਇਹ ਸੇਵਕ ਬਣ ਗਿਆ। ਇਹ ਤੋਂ ਤੱਕ ਕੱਲ ਆਪ ਜੀ ਨੇ ਇਤਿਹਾਸ ਸਰਵਣ ਕੀਤਾ ਸੀ। ਆਓ ਜੀ ਅੱਗੇ ਸਰਵਣ ਕਰਦੇ ਹਾਂ। ਕਵੀ ਰਾਜ ਕਵੀ ਸੰਤੋਖ ਸਿੰਘ ਜੀ ਇਤਿਹਾਸ ਨੂੰ ਕਿਸ ਪਾਸੇ ਵੱਲ ਮੋੜਦੇ ਨੇ। ਅੱਜ ਦੇ ਇਤਿਹਾਸ ਨੂੰ ਪੜ੍ਹਨ ਵਿਚਾਰਨ ਤੋਂ ਪਹਿਲਾਂ ਮਨ ਬਿਰਤੀਆਂ ਨੂੰ ਇਕਾਗਰ ਕਰਦੇ ਹੋਏ ਧਿਆਨ ਗਰੀਬ ਨਿਵਾਜ ਸਾਹਿਬ ਜੀ ਦੇ ਚਰਨਾਂ ਵਿੱਚ ਜੋੜਦੇ ਹੋਏ ਅਦਬ ਸਤਿਕਾਰ ਦੇ ਨਾਲ ਉਚਾਰਨ ਕਰੋ। ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ ਸੈਤ ਪਾਰ ਜਾ ਭੂਪਤ ਪੀਵਾ। ਉਸ ਸਮੇਂ ਚਰਨਾ ਪਹੁਲ ਜੋ ਗਰੀਬ ਨਿਵਾਜ ਸਾਹਿਬ ਜੀ ਨੇ ਬਖਸ਼ਿਸ਼ ਕੀਤੀ ਹੈ, ਇਸ ਰਾਜੇ ਨੇ ਆਪਣੀ ਧਰਮ ਪਤਨੀ ਦੇ ਸਮੇਤ ਇਹ ਚਰਨਾ ਅੰਮ੍ਰਿਤ ਚਰਨਾ ਪਹੁਲ ਪੀਤੀ ਹੈ। ਸਤਿਗੁਰ ਕੋ ਸਿੱਖ ਮਨ ਤੇ ਥੀਵਾ। ਤੇ ਗਰੀਬ ਨਿਵਾਜ ਸਾਹਿਬ ਜੀ ਦਾ ਮਨ ਕਰਕੇ ਵੀ ਸਿੱਖ ਬਣ ਗਿਆ ਹੈ। ਸਤਿਗੁਰੂ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਚਰਨਾਂ ਦੇ ਉੱਪਰ ਆਪਣਾ ਸੀਸ ਰੱਖਿਆ, ਨਮਸਕਾਰ ਕੀਤੀ, ਸਤਿਗੁਰਾਂ ਨੂੰ ਆਪਣਾ ਸਿੱਖ ਸਤਿਗੁਰੂ ਮੰਨਿਆ ਤੇ ਗੁਰੂ ਕਾ ਸਿੱਖ ਮਨ ਕਰਕੇ ਬਣ ਗਿਆ। ਤਬ ਭਾਈ ਕਲਿਆਣ ਬੁਲਾਇਓ। ਉਸ ਸਮੇਂ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਭਾਈ ਕਲਿਆਣਾ ਜੀ ਨੂੰ ਆਪਣੇ ਕੋਲ ਬੁਲਾਇਆ। ਇਹ ਉਪਕਾਰੀ ਤੁਝ ਕੋ ਲਿਆਇਓ। ਸਾਹਿਬ ਜੀ ਕਹਿਣ ਲੱਗੇ, ਰਾਜਾ ਜੀ ਆ ਭਾਈ ਕਲਿਆਣਾ ਜੀ ਤੁਹਾਨੂੰ ਸਾਡੇ ਕੋਲ ਲੈ ਕਰਕੇ ਆਏ ਹਨ। ਇਸ ਕੋ ਪੂਜਨ ਕਰੋ ਵਿਸ਼ੇਸ਼। ਇਹਨਾਂ ਨੇ ਤੁਹਾਡੇ ਉੱਪਰ ਬੜਾ ਪਰਉਪਕਾਰ ਕੀਤਾ ਹੈ। ਜੇ ਕੋਈ ਸਿੱਖ ਕਿਸੇ ਭਟਕੇ ਹੋਏ ਨੂੰ, ਕੁਰਾਹੇ ਪਏ ਹੋਏ ਨੂੰ ਗੁਰੂ ਚਰਨਾਂ ਦੇ ਨਾਲ ਜੋੜ ਦੇਵੇ ਨਾ, ਉਹ ਬਹੁਤ ਵੱਡਾ ਪੁੰਨ ਹੁੰਦਾ ਹੈ। ਭਾਈ ਗੁਰਦਾਸ ਜੀ ਕਹਿਣ ਲੱਗੇ, ਜੈਸੇ ਸਾਤ ਮੰਦਰ ਕੰਚਨ ਕੇ ਉਸਾਰ ਦੀਨੇ, ਤੈਸੇ ਪੁੰਨ ਸਿੱਖ ਕੋ ਇੱਕ ਸ਼ਬਦ ਸਿਖਾਏਗਾ। ਗੁਰੂ ਚਰਨਾਂ ਦੇ ਨਾਲ ਜੋੜਨ ਦਾ ਬਹੁਤ ਜ਼ਿਆਦਾ ਮਹਾਤਮ ਹੈ। ਜਿਵੇਂ 7 ਸੋਨੇ ਦੇ ਮੰਦਰ ਉਸਾਰ ਕਰਕੇ ਦਾਨ ਕੀਤੇ ਹੋਣ, ਇੰਨਾ ਦਾਨ, ਇੰਨਾ ਫਲ ਗੁਰੂ ਕੇ ਚਰਨਾਂ ਦੇ ਨਾਲ ਸਿੱਖ ਨੂੰ ਜੋੜਨ ਦਾ ਹੈ। ਭਟਕੇ ਹੋਏ ਨੂੰ, ਕੁਰਾਹੇ ਪਏ ਹੋਏ ਨੂੰ ਗੁਰੂ ਚਰਨਾਂ ਦੇ ਨਾਲ ਜੋੜ ਦਈਏ ਤੇ ਇੰਨਾ ਫਲ ਪ੍ਰਾਪਤ ਹੁੰਦਾ ਹੈ। ਤੇ ਸਾਹਿਬ ਜੀ ਕਹਿਣ ਲੱਗੇ, ਭਾਈ ਕਲਿਆਣਾ ਜੀ ਬਹੁਤ ਪਰਉਪਕਾਰੀ ਨੇ, ਜਿਨ੍ਹਾਂ ਨੇ ਤੁਹਾਨੂੰ ਸਾਡੇ ਕੋਲ ਲਿਆਂਦਾ, ਸਾਡੇ ਨਾਲ ਜੋੜਿਆ। ਇਹੀ ਅਸਲ ਦੇ ਵਿੱਚ ਪੂਜਣ ਦੇ ਯੋਗ ਹਨ। ਸੁਨ ਸ਼੍ਰੀ ਗੁਰ ਕੇ ਬਾਕ ਨਰੇਸ਼। ਰਾਜੇ ਨੇ ਸਤਿਗੁਰਾਂ ਦੇ ਇਹ ਅੰਮ੍ਰਿਤ ਵਚਨ ਸੁਣੇ ਹਨ। ਕਹਿਤ ਪਇਓ ਇਹ ਮੇਰੋ ਈਸ਼। ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਬੇਨਤੀ ਕੀਤੀ, ਸਤਿਗੁਰੂ ਜੀ ਇਹ ਮੇਰੇ ਈਸ਼ਵਰ ਹਨ। ਉਰ ਸਿਮਰੋ ਮੈਂ ਧਰ ਪਦ ਸੀਸ। ਮੈਂ ਹਿਰਦੇ ਦੇ ਵਿੱਚ ਸਦਾ ਹੀ ਇਹਨਾਂ ਦਾ ਸਿਮਰਨ ਕਰਾਂਗਾ। ਇਸ ਕੋ ਮੈਂ ਆਪਣੇ ਸੰਗ ਕਰਕੇ। ਮੈਂ ਸਦਾ ਇਹਨਾਂ ਦੇ ਚਰਨਾਂ ਤੇ ਨਮਸਕਾਰ ਕਰਾਂਗਾ, ਇਹਨਾਂ ਦਾ ਸਿਮਰਨ ਕਰਾਂਗਾ। ਇਹਨਾਂ ਨੂੰ ਮੈਂ ਆਪਣੇ ਨਾਲ ਲੈ ਕਰਕੇ ਜਾਵਾਂਗਾ। ਗਮਨੋ ਸਦਨ ਜਬੇ ਹਿਤ ਧਰ ਕੇ। ਜਦੋਂ ਮੈਂ ਹਿਤ ਧਾਰਨ ਕਰਕੇ ਪਿਆਰ ਦੇ ਨਾਲ ਵਾਪਸ ਮੰਡੀ ਜਾਵਾਂਗਾ ਤੇ ਭਾਈ ਕਲਿਆਣਾ ਜੀ ਨੂੰ ਆਪਣੇ ਨਾਲ ਲੈ ਕੇ ਜਾਵਾਂਗਾ। ਲੈ ਜਾਵੋ ਉਪਹਾਰ ਪਠਾਵੋ। ਇਹਨਾਂ ਨੂੰ ਨਾਲ ਲਿਜਾ ਕਰਕੇ ਉਤੋਂ ਬਹੁਤ ਸਾਰੇ ਉਪਹਾਰ, ਬਹੁਤ ਸਾਰੀਆਂ ਭੇਟਾਵਾਂ ਦੇ ਕਰਕੇ ਭੇਜਾਂਗਾ। ਭਾਉ ਵਿਸਾਲ ਕਰੋ ਹਰ ਖਾਵੋ। ਮੈਂ ਬਹੁਤ ਜ਼ਿਆਦਾ ਪ੍ਰੇਮ ਇਹਨਾਂ ਦੇ ਨਾਲ ਕਰਾਂਗਾ, ਇਹਨਾਂ ਨੂੰ ਪ੍ਰਸੰਨ ਕਰਾਂਗਾ। ਕੀਤਕ ਦਿਨ ਸਤਿਗੁਰ ਕੇ ਤੀਰ। ਕਾਫੀ ਦਿਨ ਗਰੀਬ ਨਿਵਾਜ ਸਾਹਿਬ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਕੋਲ ਭਾਈ ਕਲਿਆਣਾ ਜੀ ਅਤੇ ਇਹ ਮੰਡੀ ਦਾ ਰਾਜਾ ਰਿਹਾ ਹੈ। ਰਹਿਤ ਪਿਓ ਪੂਪਤ ਮਤ ਧੀਰ। ਮਤ ਦੇ ਅੰਦਰ ਧੀਰਜ ਹੈ, ਸਹਿਜਤਾ ਹੈ। ਸਤਿਗੁਰੂ ਜੀ ਦੇ ਕੋਲ ਇਹ ਰਾਜਾ ਟਿਕ ਕਰਕੇ ਬੈਠਾ ਹੈ। ਬਹੁਤ ਭਾਂਤ ਕੇ ਸੁਨੇ ਉਪਦੇਸ਼। ਅਨੇਕਾਂ ਤਰ੍ਹਾਂ ਦੀ ਸਿੱਖਿਆ ਗਰੀਬ ਨਿਵਾਜ ਸਾਹਿਬ ਜੀ ਦੇ ਕੋਲੋਂ ਪ੍ਰਾਪਤ ਕੀਤੀ ਹੈ। ਪ੍ਰਭ ਕਾ ਸਿਮਰਨ ਕਰੇ ਹਮੇਸ਼। ਅਕਾਲ ਪੁਰਖ ਵਾਹਿਗੁਰੂ ਜੀ ਦੀ ਬੰਦਗੀ, ਪ੍ਰਭੂ ਦਾ
ਸਿਮਰਨ ਹਮੇਸ਼ਾ ਇਹ ਰਾਜਾ ਕਰਦਾ ਰਹਿੰਦਾ ਹੈ। ਅੰਮ੍ਰਿਤ ਸਰ ਕਰ ਬੇ ਅਬਿਲਾਖਾ, ਗਰੀਬ ਨਿਵਾਜ ਸਤਿਗੁਰੂ ਜੀ ਦਾ ਅੰਮ੍ਰਿਤਸਰ ਸਰੋਵਰ ਤਿਆਰ ਕਰਨ ਦੀ ਇੱਛਾ ਹੈ, ਅਬਿਲਾਖਾ ਹੈ। ਨਿਤ ਪ੍ਰਤ ਤਰੇ ਪਿਤਾ ਜਿਮ ਪਾਖਾ, ਜਿਵੇਂ ਸਤਿਗੁਰੂ ਸਾਹਿਬ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਕਿਹਾ ਹੈ, ਉਹਨਾਂ ਬਚਨਾਂ ਨੂੰ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਹਰ ਰੋਜ਼ ਚੇਤੇ ਕਰਦੇ ਹਨ ਕਿ ਇੱਥੇ ਅੰਮ੍ਰਿਤਸਰ ਸਰੋਵਰ ਦੀ ਉਸਾਰੀ ਕਰਨੀ ਹੈ। ਬਹੁ ਦਿਨ ਰਹਿ ਨ੍ਰਿਪ ਰੁਖਸਦ ਚਾਹੇ, ਕਿ ਅੰਮ੍ਰਿਤਸਰ ਸਰੋਵਰ ਦਾ ਨਿਰਮਾਣ ਕਰਨਾ ਹੈ। ਇਹ ਰਾਜਾ ਬਹੁਤ ਦਿਨ ਸਤਿਗੁਰੂ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਕੋਲ ਰਿਹਾ ਹੈ। ਹਾਥ ਜੋਰ ਸਤਿਗੁਰ ਸੋ ਕਹੇ, ਜਦੋਂ ਰਾਜਾ ਰੁਖਸਦ ਹੋਣ ਲੱਗਿਆ ਸਤਿਗੁਰਾਂ ਦੇ ਕੋਲੋਂ ਵਿਦਾਇਗੀ ਲਈ ਤੇ ਉਸ ਸਮੇਂ ਹੱਥ ਜੋੜ ਕਰਕੇ ਇਸ ਰਾਜੇ ਨੇ ਗਰੀਬ ਨਿਵਾਜ ਸਾਹਿਬ ਜੀ ਨੂੰ ਬੇਨਤੀ ਕੀਤੀ, ਮੋਏ ਦਰਬਲੀ ਕਰ ਨਿਜ ਹਾਥ, ਸਤਿਗੁਰੂ ਜੀ ਆਪ ਕਿਰਪਾ ਕਰੋ, ਮੇਰੇ ਕੋਲੋਂ ਆਪਣੇ ਕਰ ਕਮਲਾਂ ਦੇ ਨਾਲ ਧਨ ਪ੍ਰਾਪਤ ਕਰੋ। ਕਰੋ ਸਕਾਰਤ ਸ਼੍ਰੀ ਗੁਰਨਾਥ, ਇਹ ਸਤਿਗੁਰੂ ਜੀ ਆ ਮੇਰੇ ਕੋਲੋਂ ਧਨ ਲੈ ਲਵੋ, ਇਸ ਧਨ ਨੂੰ ਸਕਾਰਥ ਕਰ ਦੇਵੋ, ਇਸ ਨੂੰ ਸਫਲ ਕਰ ਦਿਓ। ਕੋ ਸੁੰਦਰ ਥਲ ਕੋ ਅਵਲੋਕ, ਸਤਿਗੁਰੂ ਜੀ ਕੋਈ ਸੋਹਣਾ ਸੁੰਦਰ ਥਾਂ ਵੇਖ ਕਰਕੇ ਰਚੋ ਤਾਲ ਨਿਰਮਲ ਜਲ ਰੋਕ, ਆਪ ਕਿਰਪਾ ਕਰੋ, ਜਲ ਨੂੰ ਰੋਕ ਕਰਕੇ ਉੱਥੇ ਸੋਹਣਾ ਸੁੰਦਰ ਸਰੋਵਰ ਦਾ ਨਿਰਮਾਣ ਕਰੋ। ਮੋਏ ਭਾਵਨੀ ਐਸੇ ਆਹੇ, ਸਤਿਗੁਰੂ ਜੀ ਮੇਰੀ ਇਸ ਤਰ੍ਹਾਂ ਦੀ ਭਾਵਨਾ ਹੈ, ਮੇਰੀ ਇਸ ਤਰ੍ਹਾਂ ਦੀ ਅਬਿਲਾਖਾ ਹੈ। ਰਾਵਰ ਕੀ ਮਰਜ਼ੀ ਹਮ ਚਾਹੇ, ਸਤਿਗੁਰੂ ਜੀ ਅਸੀਂ ਆਪ ਜੀ ਦੀ ਮਰਜ਼ੀ ਚਾਹੁੰਦੇ, ਆਪ ਜੀ ਦਾ ਹੁਕਮ ਚਾਹੁੰਦੇ ਹਾਂ। ਸੁਨ ਸ਼੍ਰੀ ਅਰਜਨ ਕਹਿ ਤਿਸ ਬੀਰਾ, ਸਾਹਿਬ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਉਸ ਸਮੇਂ ਰਾਜੇ ਦੀ ਇਸ ਬੇਨਤੀ ਨੂੰ ਸੁਣਿਆ। ਇਮ ਸ਼੍ਰੀ ਨਾਨਕ ਤੁਵ ਮਨ ਫੇਰਾ, ਇਹ ਬੇਨਤੀ ਨੂੰ ਸੁਣ ਕਰਕੇ ਸਤਿਗੁਰਾਂ ਨੇ ਵਚਨ ਕੀਤੇ ਕਿ ਤੁਹਾਡਾ ਮਨ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਫੇਰਿਆ ਹੈ। ਸ਼੍ਰੀ ਅੰਮ੍ਰਿਤਸਰ ਤੀਰਥ ਭਾਰੀ, ਇਹ ਤੇ ਅੰਮ੍ਰਿਤਸਰ ਦੇ ਵਿੱਚ ਇੱਕ ਭਾਰੀ ਤੀਰਥ ਦਾ ਨਿਰਮਾਣ ਕਰਨਾ ਹੈ। ਤਿਸ ਕਰ ਬੇਕੋ ਇੱਛ ਹਮਾਰੀ, ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿਣ ਲੱਗੇ ਅੰਮ੍ਰਿਤਸਰ ਸਰੋਵਰ ਦਾ ਨਿਰਮਾਣ ਕਰਨ ਦੀ ਸਾਡੀ ਭਾਰੀ ਇੱਛਾ ਹੈ। ਜੇ ਤਕ ਦਰਬ ਪਠੇਗੋ ਇਹਾਂ, ਤੁਸੀਂ ਜਿੰਨਾ ਕੁ ਧਨ ਇੱਥੇ ਭੇਜੋਗੇ ਤੇ ਸਰ ਪਰ ਹਮ ਲਾਵੇ ਮਹਾ, ਅਸੀਂ ਉਹ ਸਾਰਾ ਧਨ ਤੁਹਾਡਾ ਇਸ ਸਰੋਵਰ ਦੇ ਉੱਪਰ ਲਗਾਵਾਂਗੇ। ਦਰਬ ਸਕਾਰਤ ਹੋਏ ਤੁਮਾਰਾ, ਤੁਹਾਡਾ ਇਹ ਧਨ ਸਾਰਾ ਹੀ ਸਫਲ ਹੋ ਜਾਵੇਗਾ। ਲੋਕਨ ਪਰ ਅਤਿਸ਼ੈ ਉਪਕਾਰਾ, ਤੇ ਲੋਕਾਂ ਦੇ ਉੱਪਰ ਵੀ ਤੁਹਾਡਾ ਇਹ ਪਰਉਪਕਾਰ ਹੋਵੇਗਾ। ਔਰ ਆਨੰਦ ਪਾ ਸੁਨ ਕਰ ਬੈਨ, ਇਹ ਗੱਲ ਸੁਣ ਕਰਕੇ ਹਿਰਦੇ ਦੇ ਅੰਦਰ ਆਨੰਦ ਪੈਦਾ ਹੋਇਆ ਹੈ। ਬਿਰਹੋ ਤੇ ਪਰਿਓ ਨੀਰ ਬੋ ਨੈਣ, ਇਹ ਹਿਰਦੇ ਦੇ ਅੰਦਰ ਬਹੁਤ ਜ਼ਿਆਦਾ ਬਿਰਹਾ ਪੈਦਾ ਹੋਇਆ, ਨੇਤਰਾਂ ਦੇ ਵਿੱਚੋਂ ਹੰਝੂ ਕਰਨ ਲੱਗੇ ਨੇ। ਇਹ ਬਿਰਹਾ ਜਦੋਂ ਅੰਦਰ ਪੈਦਾ ਹੋ ਜਾਂਦਾ ਤੇ ਹਿਰਦੇ ਨੂੰ ਨਿਰਮਲ ਕਰ ਦਿੰਦਾ ਹੈ। ਔਰ ਇਹ ਬਿਰਹਾ ਵੀ ਇੱਕ ਅਗਨ ਹੈ ਤੇ ਬਿਰਹਾ ਅਗਨ ਦੇ ਨਾਲ ਹਿਰਦਾ ਨਿਰਮਲ ਹੋ ਜਾਂਦਾ, ਪਵਿੱਤਰ ਹੋ ਜਾਂਦਾ ਹੈ। ਇਹ ਦੋ ਤਰ੍ਹਾਂ ਦੀਆਂ ਅਗਨਾਂ ਨੇ, ਇੱਕ ਚਿੰਤਾ ਅਗਨ ਹੈ ਤੇ ਦੂਸਰੀ ਬਿਰਹਾ ਅਗਨ ਹੈ। ਚਿੰਤਾ ਅਗਨ ਜੀਵਨ ਦੇ ਅੰਦਰੋਂ ਸ਼ੁਭ ਗੁਣਾਂ ਨੂੰ ਜਲਾ ਕਰਕੇ ਰਾਖ ਕਰ ਦਿੰਦੀ ਹੈ। ਚਿੰਤਾ ਕਰਨ ਵਾਲੇ ਵਿਅਕਤੀ ਦੇ ਅੰਦਰ ਗੁਣ ਨਹੀਂ ਰਹਿੰਦੇ, ਹੌਲੀ ਹੌਲੀ ਗੁਣ ਤਮਾਮ ਹੋ ਜਾਂਦੇ ਨੇ, ਖਤਮ ਹੋ ਜਾਂਦੇ ਨੇ ਔਰ ਗੁਣ ਨਸ਼ਟ ਹੋ ਜਾਂਦੇ ਨੇ, ਅੰਦਰ ਔਗਣ ਹੀ ਔਗਣ ਆ ਕਰਕੇ ਟਿਕ ਜਾਂਦੇ ਨੇ। ਤੇ ਬਿਰਹਾ ਇੱਕ ਅਗਨ ਹੈ, ਬਿਰਹਾ ਅਗਨ ਦੇ ਅੰਦਰ ਔਗਣ ਜਲ ਕਰਕੇ ਰਾਖ ਹੋ ਜਾਂਦੇ ਨੇ। ਮਿਰਹੀ ਮਨੁੱਖ ਦੇ ਅੰਦਰ ਕੋਈ ਔਗਣ ਨਹੀਂ ਹੁੰਦਾ, ਉਹਦੇ ਅੰਦਰ ਗੁਣ ਹੀ ਗੁਣ ਹੁੰਦੇ ਨੇ। ਔਗਣ ਜੀਵਨ ਦੇ ਅੰਦਰੋਂ ਮਿਟ ਜਾਂਦੇ ਨੇ, ਮਨ ਨਿਰਮਲ ਹੋ ਜਾਂਦਾ, ਮਨ ਪਵਿੱਤਰ ਹੋ ਜਾਂਦਾ ਹੈ। ਪਵਿੱਤਰ ਮਨ ਦੇ ਅੰਦਰ ਹੀ ਗੁਣ ਆ ਕਰਕੇ ਟਿਕਦੇ ਨੇ, ਮੈਲੇ ਮਨ ਦੇ ਅੰਦਰ ਔਗਣ ਆ ਕਰਕੇ ਟਿਕਦੇ ਨੇ। ਤੇ ਬਿਰਹਾ ਅਗਨ ਜੀਵਨ ਦੇ ਅੰਦਰੋਂ ਔਗਣਾਂ ਨੂੰ ਜਲਾ ਕਰਕੇ ਰਾਖ ਕਰ ਦਿੰਦੀ ਹੈ, ਅੰਦਰ ਨਿਰਮਲ ਹੋ ਜਾਂਦਾ ਹੈ। ਜਦੋਂ ਨਿਰਮਲ ਹਿਰਦਾ ਹੋ ਜਾਂਦਾ ਤੇ ਉਸ ਸਮੇਂ ਨੇਤਰਾਂ ਦੇ ਵਿੱਚੋਂ ਹੰਝੂ ਵਹਿ ਤੁਰਦੇ ਨੇ। ਇਸੇ ਬਿਰਹਾ ਨੂੰ ਬਾਬਾ ਫਰੀਦ ਜੀ ਨੇ ਸੁਲਤਾਨ ਕਿਹਾ ਹੈ
ਬਿਰਹਾ ਬਿਰਹਾ ਆਖੀਐ ਬਿਰਹਾ ਤੂੰ ਸੁਲਤਾਨ, ਜਿਤ ਤਨ ਬਿਰਹੋ ਨਾ ਊਪਜੈ, ਸੋ ਤਨ ਜਾਣ ਮਸਾਣ। ਜਿਸ ਹਿਰਦੇ ਦੇ ਵਿੱਚ ਇਹ ਬਿਰਹਾ ਅਗਨ ਪੈਦਾ ਨਹੀਂ ਹੋਈ, ਉਹ ਹਿਰਦਾ ਸ਼ਮਸ਼ਾਨ ਘਾਟ ਦੇ ਬਰਾਬਰ ਹੈ। ਤੇ ਗਰੀਬ ਨਿਵਾਜ ਸਤਿਗੁਰੂ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਚਰਨਾਂ ਦੇ ਉੱਪਰ ਔਰ ਇਸ ਰਾਜੇ ਨੇ ਆਪਣਾ ਸੀਸ ਰੱਖਿਆ, ਹਿਰਦੇ ਦੇ ਅੰਦਰ ਬਿਰਹਾ ਪੈਦਾ ਹੋਇਆ, ਨੇਤਰਾਂ ਦੇ ਵਿੱਚੋਂ ਨੀਰ ਵਹਿ ਤੁਰਿਆ। ਮਸਤਕ ਟੇਕ ਵਿਦਾ ਹੋਏ ਗਇਓ। ਸਤਿਗੁਰਾਂ ਦੇ ਚਰਨਾਂ ਦੇ ਉੱਪਰ ਸੀਸ ਰੱਖ ਕਰਕੇ ਸਤਿਗੁਰਾਂ ਦੇ ਕੋਲੋਂ ਵਿਦਾਇਗੀ ਲੈ ਕੇ ਇਹ ਰਾਜਾ ਉਸ ਸਮੇਂ ਮੰਡੀ ਵੱਲ ਨੂੰ ਚੱਲ ਪਿਆ। ਆਪਣੇ ਸੰਗ ਕਲਿਆਣ ਸੁਲਈਓ। ਭਾਈ ਕਲਿਆਣਾ ਜੀ ਨੂੰ ਇਸ ਰਾਜੇ ਨੇ ਆਪਣੇ ਨਾਲ ਲੈ ਲਿਆ ਹੈ। ਨਿਜ ਰਾਜਧਾਨੀ ਪ੍ਰਾਪਤ ਹੋਵਾ। ਇਹ ਰਾਜਾ ਹੌਲੀ ਹੌਲੀ ਪੈਂਡਾ ਤੈਅ ਕਰਦਾ ਹੋਇਆ ਆਪਣੀ ਰਾਜਧਾਨੀ ਦੇ ਵਿੱਚ ਪਹੁੰਚ ਗਿਆ। ਰਾਜ ਸ਼੍ਰੀ ਜੁਤ ਸਗਰੋ ਜੋਆ। ਇਹਨੇ ਆਪਣੀ ਰਾਜਧਾਨੀ ਦੇ ਵਿੱਚ ਜਾ ਕਰਕੇ ਵੇਖਿਆ ਕਿ ਸਾਰੀ ਰਾਜਧਾਨੀ ਸਾਰੀ ਪ੍ਰਜਾ ਆਨੰਦ ਵਿੱਚ ਹੈ, ਸੁਖ ਵਿੱਚ ਹੈ। ਕੋ ਦਿਨ ਟਿਗ ਰਾਖਿਓ ਕਲਿਆਣਾ। ਇਸ ਰਾਜੇ ਨੇ ਕੁਝ ਦਿਨ ਭਾਈ ਕਲਿਆਣਾ ਜੀ ਨੂੰ ਆਪਣੇ ਕੋਲ ਰੱਖਿਆ ਹੈ। ਪੁਨ ਥਾਤੀ ਦੇ ਦਰਬ ਮਹਾਨਾ। ਫਿਰ ਬਹੁਤ ਸਾਰਾ ਧਨ ਦੇ ਕਰਕੇ, ਧਨ ਦੀਆਂ ਥੈਲੀਆਂ ਦੇ ਕਰਕੇ ਭਾਈ ਕਲਿਆਣਾ ਜੀ ਨੂੰ ਵਿਦਾਇਗੀ ਦਿੰਦਾ ਹੈ। ਨਿਜ ਨਰ ਸੰਗ ਮਿਲਾਏ ਪੁਚਾਇਓ। ਇਸ ਰਾਜੇ ਨੇ ਦੇਖਿਆ ਬਹੁਤ ਸਾਰਾ ਧਨ ਭਾਈ ਕਲਿਆਣਾ ਜੀ ਨੂੰ ਦੇ ਕਰਕੇ ਭੇਜ ਰਿਹਾ ਹਾਂ, ਤੇ ਰਸਤੇ ਦੇ ਵਿੱਚ ਕੋਈ ਚੋਰ ਉਚੱਕਾ ਇਸ ਧਨ ਨੂੰ ਖੋਹ ਨਾ ਲਵੇ। ਆਪਣੇ ਬਹੁਤ ਸਾਰੇ ਸਿਪਾਹੀ, ਬਹੁਤ ਸਾਰੇ ਬੰਦੇ ਰਾਜੇ ਨੇ ਭਾਈ ਕਲਿਆਣਾ ਜੀ ਦੇ ਨਾਲ ਭੇਜ ਦਿੱਤੇ ਹਨ। ਸ਼੍ਰੀ ਅਰਜਨ ਕੇ ਢਿਗ ਚੱਲ ਆਇਓ। ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਕੋਲ ਪੈਂਡਾ ਤੈਅ ਕਰਦਾ ਹੋਇਆ ਭਾਈ ਕਲਿਆਣਾ ਜੀ ਪਹੁੰਚ ਗਿਆ। ਆਇਓ ਦਰਬ ਦੇਖ ਨਿਜ ਪਾਸ। ਤੇ ਸਤਿਗੁਰਾਂ ਦੇ ਮੁਬਾਰਕ ਚਰਨਾਂ ਦੇ ਵਿੱਚ ਰਾਜੇ ਦਾ ਦਿੱਤਾ ਹੋਇਆ ਸਾਰਾ ਧਨ ਰੱਖ ਦਿੱਤਾ। ਤੇ ਸਾਹਿਬ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਵੇਖਿਆ ਕਿ ਬਹੁਤ ਸਾਰਾ ਧਨ ਸਾਡੇ ਕੋਲ ਆ ਗਿਆ ਹੈ। ਚਾਹਤ ਸਰ ਕੋ ਕਰਿਓ ਪ੍ਰਕਾਸ਼। ਜਦੋਂ ਧਨ ਆਇਆ ਵੇਖਿਆ ਤੇ ਉਸ ਸਮੇਂ ਗਰੀਬ ਨਿਵਾਜ ਸਾਹਿਬ ਜੀ ਨੇ ਭਾਈ ਗੁਰਦਾਸ ਤੇ ਬਾਬਾ ਬੁੱਢਾ ਜੀ ਨੂੰ ਆਪਣੇ ਕੋਲ ਬੁਲਾਇਆ, ਉਹਨਾਂ ਦੇ ਨਾਲ ਵਚਨ ਵਿਲਾਸ ਕੀਤਾ। ਤੇ ਸਤਿਗੁਰੂ ਜੀ ਕਹਿਣ ਲੱਗੇ ਕੋਈ ਚੰਗੀ ਜਗ੍ਹਾ ਵੇਖੋ, ਉੱਥੇ ਸਰੋਵਰ ਬਣਾਉਣਾ ਹੈ। ਬੂਝ ਬ੍ਰਿਧ ਭਾਈ ਗੁਰਦਾਸ। ਭਾਈ ਗੁਰਦਾਸ ਜੀ ਤੇ ਬਾਬਾ ਬੁੱਢਾ ਜੀ ਨੂੰ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਪੁੱਛ ਰਹੇ ਹਨ। ਭਿਖੋ ਸਥਾਨ ਕਰੋ ਨਿਰਜਾਸ। ਸਾਹਿਬ ਜੀ ਕਹਿਣ ਲੱਗੇ ਕੋਈ ਚੰਗੀ ਜਗ੍ਹਾ ਵੇਖ ਕਰਕੇ, ਚੰਗਾ ਸਥਾਨ ਵੇਖ ਕਰਕੇ ਦੱਸੋ। ਉਦਮ ਤੀਰਥ ਰਚਬੇ ਕਰਿਓ। ਉੱਥੇ ਸ੍ਰੇਸ਼ਟ ਤੀਰਥ ਰਚਨਾ ਹੈ, ਸੁੰਦਰ ਸਰੋਵਰ ਬਣਾਉਣਾ ਹੈ। ਜਿਸ ਤੇ ਸਿੱਖਨ ਕੋ ਗਨ ਤਰਿਓ। ਜਿਸ ਤੋਂ ਅਣਗਿਣਤ ਸਿੱਖਾਂ ਦਾ ਉਧਾਰ ਹੋਏਗਾ, ਇਸ ਭਵਜਲ ਸਾਗਰ ਤੋਂ ਸਿੱਖ ਤਰ ਜਾਣਗੇ। ਸੁਨੋ ਕਥਾ ਆਗਲ ਜਿਮ ਪਈ। ਹੁਣ ਕਵੀ ਰਾਜ ਕਵੀ ਸੰਤੋਖ ਸਿੰਘ ਜੀ ਕਹਿਣ ਲੱਗੇ ਭਾਈ ਜਿਹੜੀ ਅਗਲੀ ਕਥਾ ਉਹ ਸਰੋਤਾ ਜਨੋ ਸੁਣੋ। ਕਵ ਸੰਤੋਖ ਸਿੰਘ ਸ਼ੁਭ ਨਿਰਮਈ। ਕਵੀ ਸੰਤੋਖ ਸਿੰਘ ਜੀ ਜੋ ਸ਼ੁਭ ਗੁਣਾਂ ਦੇ ਮਾਲਕ ਨੇ, ਉਹਨਾਂ ਨੇ ਅਗਲੀ ਜੋ ਕਥਾ ਹੈ ਉਹ ਪ੍ਰਾਰੰਭ ਕੀਤੀ। ਦੋਹਰਾ ਸ਼੍ਰੀ ਅਰਜਨ ਜੀ ਗੁਰ ਪਾਏ ਪਰ ਉਪਕਾਰੀ ਪੀਨ। ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਪਰਉਪਕਾਰੀ ਗੁਰੂ ਹਨ। ਕਰੇ ਉਦਾਰਨ ਅਨਕਈ ਦੇ ਉਪਦੇਸ਼ ਪ੍ਰਬੀਨ। ਅਣਗਿਣਤ ਜੀਵਾਂ ਦਾ ਸਤਿਗੁਰੂ ਨੇ ਆਪਣਾ ਪਾਵਨ ਉਪਦੇਸ਼ ਬਖਸ਼ਿਸ਼ ਕਰਕੇ ਉਧਾਰ ਕਰ ਦਿੱਤਾ, ਕਲਿਆਣ ਕਰ ਦਿੱਤਾ। ਅਣਗਿਣਤ ਜੀਵਾਂ ਨੂੰ ਇਸ ਭਵਜਲ ਸਾਗਰ ਤੋਂ ਪਾਰ ਕਰ ਦਿੱਤਾ ਹੈ। ਚੌਪਈ ਬਚਨ ਪਿਤਾ ਕੇ ਸਿਮਰਨ ਕਰੇ। ਗਰੀਬ ਨਿਵਾਜ ਸਾਹਿਬ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਆਪਣੇ ਪਿਤਾ ਸਾਹਿਬ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਅੰਮ੍ਰਿਤ ਬਚਨਾਂ ਨੂੰ ਚੇਤੇ ਕੀਤਾ, ਉਹਨਾਂ ਨੂੰ ਯਾਦ ਕਰਦੇ ਹਨ। ਤੀਰਥ ਸਿਰਜਨ ਇੱਛਾ ਧਰੇ। ਇੱਕ ਸੋਹਣਾ ਸੁੰਦਰ ਤੀਰਥ ਬਣਾਉਣ ਦੀ, ਸੁੰਦਰ ਸਰੋਵਰ ਬਣਾਉਣ ਦੀ
ਇੱਛਾ ਜ਼ਾਹਰ ਕੀਤੀ ਹੈ। ਕਰਿਓ ਪ੍ਰਿਥਮ ਬੀਤਿਓ ਚਿਰ ਕਾਲ। ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਇੱਕ ਸੁੰਦਰ ਸਰੋਵਰ ਬਣਾਉਣ ਦੀ ਉਸ ਸਮੇਂ ਲੰਮਾ ਸਮਾਂ ਹੋ ਗਿਆ। ਪ੍ਰਥਮ ਪਹਿਲਾਂ ਸਤਿਗੁਰੂ ਜੀ ਨੇ ਇੱਕ ਸੁੰਦਰ ਸਰੋਵਰ ਦੀ ਪੁਟਾਈ ਕੀਤੀ ਸੀ। ਪੁਨ ਇਕੱਤਰ ਹੋਏ ਨੀਰ ਵਿਸਾਲ। ਬਹੁਤ ਚਿਰੰਕਾਲ ਹੋ ਗਿਆ, ਬੜਾ ਲੰਮਾ ਸਮਾਂ ਹੋਇਆ। ਸਰੋਵਰ ਦੀ ਪੁਟਾਈ ਕੀਤੀ, ਉਹ ਅੱਧ ਵਿਚਕਾਰ ਰਹਿ ਗਈ। ਸਮਾਂ ਪੈ ਕਰਕੇ ਪੁਨ ਇਕੱਤਰ ਹੋਏ ਨੀਰ ਵਿਸਾਲ, ਉਥੇ ਬਹੁਤ ਸਾਰਾ ਪਾਣੀ ਇਕੱਠਾ ਹੋਇਆ। ਮਿਰਤਕਾ ਸੰਗ ਸੋ ਪੂਰੇ ਗਇਓ। ਉਹ ਸਰੋਵਰ ਜੋ ਅਧੂਰਾ ਰਹਿ ਗਿਆ ਸੀ, ਔਰ ਉਸ ਸਰੋਵਰ ਦੇ ਵਿੱਚ ਮੀਂਹ ਦੇ ਨਾਲ ਮਿੱਟੀ ਰੁੜ ਕਰਕੇ ਭਰ ਗਈ। ਉਹ ਸਾਰੀ ਮਿੱਟੀ ਜਿਹੜੀ ਨੀਵੇਂ ਥਾਂ ਦੇ ਉੱਪਰ ਆ ਗਈ। ਮ੍ਰਿਤਕਾ ਸੰਗ ਸੋ ਪੂਰੇ ਹੋ ਗਇਓ। ਮ੍ਰਿਤਕ ਦਾ ਅਰਥ ਹੈ ਮਿੱਟੀ। ਮ੍ਰਿਤਕਾ ਦੇ ਨਾਲ, ਮਿੱਟੀ ਦੇ ਨਾਲ ਉਹ ਜੋ ਸਰੋਵਰ ਦੀ ਪੁਟਾਈ ਕੀਤੀ ਸੀ ਉਹ ਭਰ ਗਿਆ। ਖਨਨ ਚਿੰਨ ਸਭ ਮਿਟ ਤੋ ਭਇਓ। ਉੱਥੇ ਜੋ ਨਿਸ਼ਾਨੀਆਂ ਸੀ, ਜੋ ਚਿੰਨ ਸਨ, ਉਹ ਵੀ ਸਾਰੇ ਨਿਸ਼ਾਨੀਆਂ ਤੇ ਚਿੰਨ ਮਿਟ ਗਏ। ਟੋਵਾ ਹੁਤੋ ਅਲਪ ਹੀ ਕਰਿਓ। ਇੱਕ ਛੋਟਾ ਜਿਹਾ ਟੋਆ ਹੀ ਰਹਿ ਗਿਆ ਹੈ। ਸਨੇ ਸਨੇ ਜਲ ਸਗਲੋ ਭਰਿਓ। ਹੌਲੀ ਹੌਲੀ ਉਹ ਟੋਆ ਵੀ ਪਾਣੀ ਦੇ ਨਾਲ ਭਰ ਗਿਆ। ਚੌਂ ਦਿਸ਼ ਤੇ ਟਰ ਮਿਰਤਕਾ ਭਰੀ। ਚਾਰ ਸਵੇਰੇ ਤੋਂ ਮਿੱਟੀ ਢਲ ਕਰਕੇ ਉਸ ਟੋਏ ਵਿੱਚ ਪੈ ਗਈ। ਜਿਸ ਤੇ ਨਾਏ ਚਿਨਾਰੀ ਕਰੀ। ਜਿਸ ਤੋਂ ਕੋਈ ਵੀ ਚਿੰਨ ਨਜ਼ਰ ਨਹੀਂ ਸੀ ਆਉਂਦਾ। ਇਤੇ ਉਤ ਫਿਰੇ ਬ੍ਰਿੰਦ ਤਰੁ ਖਰੇ। ਔਰ ਇਧਰ ਉਧਰ ਬਹੁਤ ਸਾਰੇ ਜੰਗਲ ਵਾਂਗੂ ਬੂਟੇ ਖਲੋ ਗਏ ਨੇ, ਬੜੇ ਦਰਖਤ ਹੋ ਗਏ, ਜੰਗਲ ਹੀ ਜੰਗਲ ਬਣ ਗਿਆ। ਬਦਰੀ ਆਦ ਨ ਜਾਨੀਆ ਪਰੇ। ਉੱਥੇ ਇੱਕ ਬੇਰੀ ਦਾ ਦਰਖਤ ਸੀ, ਉਹ ਵੀ ਨਜ਼ਰ ਨਹੀਂ ਸੀ ਆਉਂਦਾ। ਬ੍ਰਿਛ ਸਿੰਸ ਪਾ ਜਾਏ ਸੁਹੇਰਾ। ਤੇ ਉੱਥੇ ਇੱਕ ਟਾਲੀ ਦਾ ਰੁੱਖ ਖਲੋਤਾ ਸੀ, ਤੇ ਟਾਲੀ ਦੇ ਰੁੱਖ ਨੂੰ ਜਾ ਕਰਕੇ ਸਤਿਗੁਰਾਂ ਨੇ ਵੇਖਿਆ। ਹਰੇ ਪਏ ਸਤਿਗੁਰ ਤਿਸ ਬੇਰਾ। ਉਸ ਟਾਲੀ ਦੇ ਰੁੱਖ ਦੇ ਕੋਲ ਗਰੀਬ ਨਵਾਜ਼ ਸਾਹਿਬ ਜੀ ਜਾ ਕਰਕੇ ਖਲੋ ਗਏ। ਤੀਨ ਕਾਲ ਸਰਬੱਗ ਮਹਾਨਾ। ਜੋ ਤਿੰਨਾਂ ਲੋਕਾਂ ਦੇ ਗਿਆਤਾ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਹਨ। ਖੋਜਤ ਜਿਮ ਅਲਪੱਗ ਅਜਾਨਾ। ਉਹ ਸਤਿਗੁਰੂ ਜੀ ਇਸ ਤਰ੍ਹਾਂ ਖੋਜ ਰਹੇ ਨੇ, ਉਸ ਥਾਂ ਨੂੰ ਇਸ ਤਰ੍ਹਾਂ ਲੱਭ ਰਹੇ ਨੇ ਜਿਵੇਂ ਕਿਤੇ ਕੋਈ ਅਣਜਾਣ ਵਿਅਕਤੀ ਲੱਭ ਰਿਹਾ ਹੋਵੇ। ਮਿਟ ਗਇਓ ਚਿੰਨ ਰਿਓ ਕੁਛ ਟੋਆ। ਉੱਥੇ ਸਾਰੀਆਂ ਨਿਸ਼ਾਨੀਆਂ ਮਿਟ ਗਈਆਂ, ਚਿੰਨ ਮਿਟ ਗਏ, ਕੁਝ ਥੋੜਾ ਜਿਹਾ ਟੋਆ ਰਹਿ ਗਿਆ ਸੀ। ਨਿਸ਼ਚੇ ਭਇਓ ਨਾ ਫਿਰ ਜੋਆ। ਕੋਈ ਯਕੀਨ ਨਹੀਂ ਸੀ ਹੋ ਰਿਹਾ ਸੀ, ਕੋਈ ਨਿਸ਼ਚਾ ਨਹੀਂ ਸੀ ਹੋ ਰਿਹਾ। ਇੱਧਰ ਉੱਧਰ ਚਾਰ ਸਪੇਰੇ ਵੇਖਿਆ। ਝਾਰ ਕਰੀਰ ਬੇਲ ਬਿਸਤਾਰਾ। ਉੱਥੇ ਬਹੁਤ ਸਾਰੀਆਂ ਝਾੜੀਆਂ, ਬਹੁਤ ਸਾਰੇ ਬੇਲ ਉੱਗੇ ਹੋਏ ਸਨ। ਨੈ ਨਿਰਨੇ ਕੀਏ ਸਕਲ ਨਿਹਾਰਾ। ਔਰ ਉਹ ਤੇ ਸਤਿਗੁਰੂ ਜੀ ਨੇ ਸਾਰਾ ਵੇਖ ਕਰਕੇ ਨਿਰਣੇ ਕੀਤਾ। ਫਲ ਦਿਖਾਏ ਚਾਹਤ ਬਿਦਤਾਵਾ। ਸਤਿਗੁਰੂ ਜੀ ਨੇ ਭਾਈ ਗੁਰਦਾਸ ਜੀ ਨੂੰ, ਬਾਬਾ ਬੁੱਢਾ ਜੀ ਨੂੰ ਉਹ ਥਾਂ ਦਿਖਾ ਕਰਕੇ ਨਿਰਣਾ ਕਰ ਦਿੱਤਾ। ਜਾਂ ਤੇ ਨੈ ਤੈ ਛਿਨ ਬਿਦਤਾਵਾ। ਤੇ ਗਰੀਬ ਨਵਾਜ਼ ਸਾਹਿਬ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਜਾਂ ਤੇ ਨੈ ਛਿਨ ਬਿਦਤਾਵਾ, ਮਿੰਟਾਂ ਦੇ ਵਿੱਚ ਹੀ, ਇੱਕ ਛਿਨ ਦੇ ਵਿੱਚ ਅੱਖ ਝਮਕਣ ਜਿਤਨੇ ਸਮੇਂ ਦੇ ਵਿੱਚ ਹੀ ਉਹ ਨਿਸ਼ਾਨੀਆਂ ਦਿਖਾ ਦਿੱਤੀਆਂ। ਬ੍ਰਿਛ ਸਿੰਸ ਪਾਤੇ ਥਲ ਜਾਨਾ। ਉਹ ਤੇ ਇੱਕ ਬਹੁਤ ਵੱਡਾ ਟਾਲੀ ਦਾ ਰੁੱਖ ਖਲੋਤਾ ਸੀ। ਸਤਿਗੁਰੂ ਜੀ ਨੇ ਜਾਣਿਆ। ਤਹਾਂ ਜਾਏ ਕਰ ਉਦਮ ਠਾਨਾ। ਉਹ ਤੇ ਜਾ ਕਰਕੇ ਉਦਮ ਉਪਰਾਲਾ ਕੀਤਾ। ਨਿਸ਼ਚੇ ਤਿਸ ਤੀਰਥ ਕੋ ਕਰਿਓ। ਔਰ ਉਸ ਤੀਰਥ ਦਾ, ਉਸ ਸਰੋਵਰ ਦਾ ਨਿਸ਼ਚੈ ਕਰਿਆ ਹੈ ਕਿ ਇੱਥੇ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਸਰੋਵਰ ਦੀ ਪੁਟਾਈ ਕੀਤੀ ਸੀ। ਸਬਨ ਸੰਗ ਸਤਿਗੁਰੂ ਉਚਰਿਓ।
ਸਾਰਿਆਂ ਦੇ ਨਾਲ ਗਰੀਬ ਨਵਾਜ਼ ਸਾਹਿਬ ਜੀ ਨੇ ਬਚਨ ਕੀਤੇ ਗੁਰ ਆਗਿਆ ਤੇ ਪਿਤਾ ਹਮਾਰੇ ਕਿ ਸੱਚੇ ਸਤਿਗੁਰੂ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਦੀ ਆਗਿਆ ਦੇ ਅਨੁਸਾਰ ਆਏ ਸੁਸਰ ਕਰਵਾਏ ਸਕਾਰੇ ਅਸੀਂ ਇਸ ਥਾਂ ਤੇ ਉਹਨਾਂ ਦੀ ਆਗਿਆ ਦੇ ਅਨੁਸਾਰ ਇਹ ਸਰੋਵਰ ਦੀ ਨਿਰਮਾਣ ਕਰ ਰਹੇ ਹਾਂ। ਇਹ ਸਰੋਵਰ ਨੂੰ ਇੱਥੇ ਪੁਟਾ ਰਹੇ ਹਾਂ। ਇਸ ਤਰ੍ਹਾਂ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਗੁਰਸਿੱਖ ਸੰਗਤਾਂ ਦੇ ਨਾਲ ਬਚਨ ਕਰ ਰਹੇ ਹਨ। ਇਹ ਤੋਂ ਬਿਦਤ ਚਿੰਨ ਪਰ ਪਈ ਲਖ ਪਈਤ ਸਾਹਿਬ ਜੀ ਕਹਿਣ ਲੱਗੇ ਇੱਥੇ ਆ ਚਿੰਨ ਆ ਨਿਸ਼ਾਨੀ ਦਿਖਾਈ ਦੇ ਰਹੀ ਹੈ। ਖਨਿਓ ਕਿਤਕ ਅਰ ਤਰੁ ਦ੍ਰਿਸ਼ਟਈਤ ਔਰ ਇੱਥੇ ਸਰੋਵਰ ਦੀ ਪੁਟਾਈ ਕਰੋ, ਦੇਖੋ ਬਹੁਤ ਸਾਰੇ ਦਰਖਤ ਖਲੋਤੇ ਹਨ। ਇਮ ਸੁਨ ਸਭ ਨੇ ਕੀਨਸ ਨਿਰਨੇ ਇਸ ਤਰ੍ਹਾਂ ਇਹ ਸੁਣ ਕਰਕੇ ਸਾਰਿਆਂ ਨੇ ਨਿਰਣਾ ਕਰ ਲਿਆ। ਆਪ ਜਥਾਰਤ ਕਰਹੁ ਬਰਨੇ ਸਤਿਗੁਰੂ ਜੀ ਆਪ ਸਮਰੱਥ ਹੋ, ਜਿਵੇਂ ਆਪ ਜੀ ਦਾ ਹੁਕਮ ਹੈ ਉਸੇ ਤਰ੍ਹਾਂ ਅਸੀਂ ਤੁਹਾਡੇ ਹੁਕਮ ਦੀ ਪਾਲਣਾ ਕਰਾਂਗੇ। ਅੱਜ ਦਾ ਇਤਿਹਾਸ ਇੱਥੇ ਹੀ ਸਮਾਪਤ ਹੁੰਦਾ ਹੈ ਜੀ। ਅਗਲਾ ਇਤਿਹਾਸ ਕੱਲ ਆਉਣ ਵਾਲੇ ਸਮੇਂ ਦੇ ਅੰਦਰ ਸਰਵਣ ਕਰਨਾ। ਅੱਜ ਦੇ ਇਤਿਹਾਸ ਨੂੰ ਪੜ੍ਹਦਿਆਂ ਵਿਚਾਰਦਿਆਂ ਤੋਂ 10 ਪਾਸੋਂ ਹੋਈਆਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਨੂੰ ਖਿਮਾ ਕਰਨਾ। ਸਰਬੱਤ ਸੰਗਤਾਂ ਦਾ ਮਾਨ ਸਨਮਾਨ। ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪਾਵਨ ਪ੍ਰਕਾਸ਼ ਗੁਰਪੁਰਬ ਦੀਆਂ ਆਪ ਸਰਬੱਤ ਸੰਗਤਾਂ ਨੂੰ ਬਹੁਤ ਬਹੁਤ ਮੁਬਾਰਕਾਂ, ਬਹੁਤ ਬਹੁਤ ਵਧਾਈਆਂ। ਹੇ ਅਚੁੱਤ ਹੇ ਪਾਰ ਬ੍ਰਹਮ ਅਵਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਭੰਜਨ ਗੁਣਤਾਸ, ਹੇ ਸੰਗੀ ਹੇ ਨਿਰੰਕਾਰ, ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਦਾਨ, ਜਾ ਕੈ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ ਹੈ ਪੀਹੋ ਬਣਹਾਰ, ਹੇ ਸੰਤਾਂ ਕੈ ਸਦਾ ਸੰਗ ਨਿਧਾਰਾ ਆਧਾਰ, ਹੇ ਠਾਕੁਰ ਹਉ ਦਾਸਰੋ ਮੈਂ ਨਿਰਗੁਣ ਗੁਣ ਨਹੀਂ ਕੋਏ, ਨਾਨਕ ਦੀਜੈ ਨਾਮ ਦਾਨ ਰਾਖੋ ਹੀਐ ਪਰੋਏ, ਆਏ ਪ੍ਰਭ ਸਰਨਾਗਤੀ ਕਿਰਪਾ ਨਿਧ ਦਇਆਲ, ਏਕ ਅੱਖਰ ਹਰ ਮਨ ਵਸਤ ਨਾਨਕ ਹੋਤ ਨਿਹਾਲ, ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਤਰੇ ਪਾਰ, ਜੋ ਸ਼ਰਧਾ ਕਰ ਸੇਵੰਦੇ ਗੁਰ ਪਾਰ ਉਤਾਰਨਹਾਰ, ਵਾਹਿਗੁਰੂ ਚੜੇ ਸੋ ਤਰੇ ਪਾਰ, ਸ਼ਰਧਾ ਕਰ ਸੇਵੰਦੇ ਗੁਰ ਪਾਰ ਉਤਾਰਨਹਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।